के दूर। जिनि नाम ते आया गए मशक्कत काल, नानक ते मुख उजले कहते छुट्टी नाल। जिनि नाम ते आया गए मशक्कत काल, नानक ते मुख उजले केती छुट्टी नाल। वाहिगुरु जी का खालसा, वाहिगुरु जी की फतेह। गुरु नानक पद पंकज बंदन, पद पंकज बंदन। सिमरो अंगद दोख निकंदन, अमरदास हृदय नित त्यावो, हृदय नित त्यावो। श्री गुरु रामदास गुण गावो, श्री अर्जन बेगनन के नास को, बेगनन के नास को। हर गोविंद शुभ सुमत प्रकाश को, श्री हर राय नमो कर जोरी, नमो कर जोरी। श्री हर कृष्ण मनाओ बहोरी, गुरु तेग बहादुर परम कृपाला जी, परम कृपाला। श्री गुरु गोविंद सिंह विशाला, तारों तारा तार पुन पुन सीसा जी, पुन पुन बंदों बार बार जगदीसा। जिसमें अमृत ज्ञान है, मानक भगत बैराग। गुरु ग्रंथ साहिब दद बंदों कर अनुराग। एक ओंकार सतगुरु तिह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਚਤਰ ਕਟੀ ਬੈਠਿਓ ਮਰਦਾਨਾ, ਪੁਨ ਉੱਠ ਚੱਲਿਓ ਪ੍ਰਭੂ ਜੇ ਥਾਨਾ। ਤਬ ਤ੍ਰਿਪਤਾ ਔਰ ਧੀਰਜ ਧਰ ਕੇ, ਇਸ ਬਿਲੋਕ ਉਰ ਰਹੀ ਵਿਚਰ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਵੈਰਾਗ ਤਿਆਗ ਤੇ ਅਨੁਰਾਗ ਦੀ ਮੂਰਤ, ਤਿਲਕ ਜੰਜੂ ਦੇ ਰਾਖੇ, ਧਰਮ ਤੁਜ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 9ਵੇਂ ਸਵਰੂਪ, ਤਿਲਕ ਜੰਜੂ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਹਾਜ਼ਰਾ ਹਜ਼ੂਰ, ਜਹਰਾ ਜ਼ਹੂਰ, ਨਿਰਮਲ ਗਿਆਨ ਦੇ ਸਾਗਰ, ਜਗਤ ਦੇ ਗੁਰੂ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਪਵਿੱਤਰ ਰੂਹਾਨੀ ਗੋਦ ਦੇ ਅੰਦਰ ਜੁੜ ਬੈਠ ਕਰਕੇ ਆਪਣੇ ਅਮੋਲਕ ਜੀਵਨ ਨੂੰ ਸਫਲਾ ਕਰ ਰਹੇ ਹੋ। ਸਤਿਗੁਰਾਂ ਦੀ ਨਜ਼ਰੇ ਰਹਿਮਤ ਦੇ ਨਾਲ ਵਡਭਾਗੀ ਗੁਰਸਿੱਖਾਂ ਨੇ ਗੁਰੂ ਕੀ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਗੁਰੂ ਘਰ ਦੇ ਕੀਰਤਨੀਏ ਗੁਰਸਿੱਖਾਂ ਪਾਸੋਂ ਬੜੇ ਹੀ ਅਦਬ ਸਤਿਕਾਰ ਦੇ ਨਾਲ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਜੀ ਉੱਥੇ ਕੁਝ ਸਮੇਂ ਲਈ ਗੁਰਮਤਿ ਵਿਚਾਰਾਂ ਦੇ ਨਾਲ ਜੁੜੀਏ ਅਤੇ ਚੱਲ ਰਹੀ ਲੜੀਵਾਰ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਇਤਿਹਾਸ ਦੀ ਕਥਾ ਦੇ ਨਾਲ ਜੁੜੀਏ। ਅੱਜ ਸਮਰੱਥ ਗੁਰੂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਧਿਰਿਆਂ ਦੀ ਧਿਰ, ਨਿਪੱਤਿਆਂ ਦੀ ਪੱਤ, ਨਿਲੱਜਿਆਂ ਦੀ ਲੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ, ਜਿੱਥੇ ਵੀ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਸੁਭਾਏਮਾਨ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਜੈਸੇ ਗੁਰਸਿੱਖਾਂ ਤੋਂ ਬਲਿਹਾਰੇ ਜਾਂਦੇ ਨੇ, ਜਿਹੜੇ ਗੁਰਸਿੱਖ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਪ੍ਰੇਮਾ ਭਗਤੀ ਦੇ ਨਾਲ ਮਨਾਉਂਦੇ ਨੇ। ਕੁਰਬਾਨੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਜੋ ਪ੍ਰੇਮਾ ਭਗਤੀ ਨਾਲ ਗੁਰਪੁਰਬ ਮਨਾਉਂਦੇ ਨੇ, ਉਹਨਾਂ ਤੋਂ ਬਾਹਰ ਨੇ, ਬਲਿਹਾਰਨੇ ਜਾ ਰਹੇ ਨੇ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਅਜੇ ਗੁਰੂ ਨਹੀਂ ਬਣੇ, ਜੋ ਅਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਨਹੀਂ ਆਏ, ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਬਹੁਤ ਵਾਰ ਤੀਰਥਾਂ ਦੀ ਯਾਤਰਾ ਕੀਤੀ ਹੈ। ਇੱਕ ਦਿਨ ਬਾਬਾ ਅਮਰਦਾਸ ਜੀ ਨੂੰ ਇੱਕ ਐਸਾ ਬ੍ਰਾਹਮਣ ਮਿਲਿਆ, ਉਹਨੇ ਪੁੱਛ ਲਿਆ ਤੁਹਾਡਾ ਗੁਰੂ ਕੌਣ ਹੈ। ਬਾਬਾ ਅਮਰਦਾਸ ਜੀ ਉਹਦੇ ਨਾਲ ਬੜੀਆਂ ਧਾਰਮਿਕ ਗੱਲਾਂ ਕਰਦੇ ਰਹੇ।
ਜਦੋਂ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਕਹਿਣ ਲੱਗੇ ਅਜੇ ਮੈਂ ਗੁਰੂ ਧਾਰਨ ਨਹੀਂ ਕੀਤਾ, ਮੈਂ ਗੁਰੂ ਦੀ ਭਾਲ ਵਿੱਚ ਹਾਂ। ਉਹਨੇ ਬੜੇ ਰੁੱਖੇ ਤੇ ਸ਼ਬਦ, ਸਖਤ ਸ਼ਬਦ ਬੋਲੇ। ਕਹਿਣ ਲੱਗੇ ਇੰਨਾ ਸਮਾਂ ਮੈਂ ਨਿਗੁਰੇ ਦੇ ਹੱਥੋਂ ਭੋਜਨ ਛਕਦਾ ਰਿਹਾ, ਨਿਗੁਰੇ ਦੀ ਸੰਗਤ ਕਰਦਾ ਰਿਹਾ, ਮੇਰਾ ਜੀਵਨ ਭ੍ਰਿਸ਼ਟ ਹੋ ਗਿਆ। ਇਹ ਵਚਨ ਕਹਿ ਕਰਕੇ ਉਹ ਬ੍ਰਾਹਮਣ ਚਲਾ ਗਿਆ। ਮਨ ਦੇ ਅੰਦਰ ਇੱਕ ਗਹਿਰੀ ਚੋਟ ਵੱਜੀ ਹੈ ਕਿ ਐਸਾ ਗੁਰੂ ਕਿੱਥੋਂ ਪ੍ਰਾਪਤ ਹੋਵੇ, ਐਸੇ ਗੁਰੂ ਦਾ ਮਿਲਾਪ ਕਿਵੇਂ ਹੋਵੇ। ਅੱਜ ਸਾਰੀ ਰਾਤ ਮੰਜੀ ਅਲਾਣੀ ਦੇ ਉੱਪਰ ਪਏ ਨੇ, ਕਰਵਟਾਂ ਲੈ ਰਹੇ ਨੇ, ਅੰਦਰ ਚਿੰਤਾ ਹੈ, ਨੀਂਦ ਨਹੀਂ ਆਉਂਦੀ। ਜਦੋਂ ਜੀਵਨ ਦੇ ਅੰਦਰ ਚਿੰਤਾ ਆ ਕਰਕੇ ਟਿਕ ਜਾਏ ਨਾ, ਫਿਰ ਨੀਂਦਰ ਖਤਮ ਹੋ ਜਾਂਦੀ ਹੈ। ਨੀਂਦ ਨਹੀਂ ਆਉਂਦੀ, ਬੰਦਾ ਕਰਵਟਾਂ ਹੀ ਲੈਂਦਾ ਰਹਿੰਦਾ ਹੈ, ਪਾਸੇ ਹੀ ਮਾਰਦਾ ਰਹਿੰਦਾ ਹੈ। ਬਾਬਾ ਅਮਰਦਾਸ ਜੀ ਆਕਾਸ਼ ਵੱਲ ਤੱਕ ਰਹੇ ਨੇ, ਕਰਵਟਾਂ ਲੈ ਰਹੇ ਨੇ, ਅੰਦਰ ਚਿੰਤਾ ਦੀ ਸੰਨੀ ਹੈ। ਮਨ ਜਲਿਆ, ਸੰਨੀ ਚਿੰਤ ਪਈ। ਮਨ ਮਨੂਰ ਦੀ ਤਰ੍ਹਾਂ। ਸੰਨੀ ਦਾ ਕੰਮ ਕੀ ਹੁੰਦਾ? ਸੰਨੀ ਦਾ ਕੰਮ ਹੈ ਗਰਮ ਲੋਹੇ ਨੂੰ ਫੜ ਕਰਕੇ ਉਹਨੂੰ ਐਰਣ ਦੇ ਉੱਪਰ ਰੱਖਣਾ, ਤੇ ਉਸ ਸੰਨੀ ਨੇ ਵਾਰ-ਵਾਰ ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ, ਉਹਦਾ ਕੰਮ ਹੈ ਪਲਟਣਾ। ਲੋਹਾਰ ਦੇ ਘਣਾ ਦੀ ਸੱਟ ਨੂੰ ਸਹਾਰਦੇ ਉਹ ਲੋਹਾ, ਤੇ ਸੰਨੀ ਨੇ ਉਹਨੂੰ ਪਲਟੀ ਜਾਣਾ, ਪਰਤੀ ਜਾਣਾ। ਇਸੇ ਤਰ੍ਹਾਂ ਚਿੰਤਾ ਦੀ ਸੰਨੀ ਅੰਦਰ ਪਈ, ਮਨ ਜਲਿਆ ਹੋਇਆ, ਬਾਰ-ਬਾਰ ਕਰਵਟਾਂ ਲੈ ਰਹੇ ਨੇ। ਇਸੇ ਤਰ੍ਹਾਂ ਕਰਵਟਾਂ ਲੈਂਦਿਆਂ ਅੰਮ੍ਰਿਤ ਵੇਲਾ ਹੋਇਆ। ਕੰਨਾਂ ਦੇ ਵਿੱਚ ਇੱਕ ਸੁਰੀਲੀ ਆਵਾਜ਼ ਪਈ, ਕੋਮਲ ਬਾਣੀ ਪਈ। ਉਹ ਕੰਨਾਂ ਦੇ ਰਾਹੀਂ ਮਾਨੋ ਉਹਨਾਂ ਨੂੰ ਅੰਮ੍ਰਿਤ ਪ੍ਰਾਪਤ ਹੋਇਆ। ਕੰਨਾਂ ਦੇ ਡੂਨਿਆਂ ਰਾਹੀਂ ਅੰਮ੍ਰਿਤ ਪੀਤਾ, ਸ਼ਾਂਤੀ ਪ੍ਰਾਪਤ ਹੋਈ, ਕੁਝ ਟਿਕਾ ਆਇਆ। ਬਾਬਾ ਅਮਰਦਾਸ ਜੀ ਉਸ ਆਵਾਜ਼ ਦੇ ਵੱਲ ਖਿੱਚੇ ਚਲੇ ਗਏ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬਾਬਾ ਅਮਰਦਾਸ ਜੀ ਦੇ ਭਰਾ ਦੀ ਨੂੰਹ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਨੇ। ਬਾਣੀ ਪੜ੍ਹਦਿਆਂ ਬਾਬਾ ਅਮਰਦਾਸ ਜੀ ਉਹਨਾਂ ਨੂੰ ਡਿਸਟਰਬ ਨਹੀਂ ਕਰਦੇ, ਪਿੱਛੇ ਇਕਾਂਤ ਬੈਠ ਜਾਂਦੇ ਨੇ ਕਿ ਕਿਸੇ ਆਵਾਜ਼ ਨਾ ਹੋਵੇ, ਖੜਕਾ ਨਾ ਹੋਵੇ, ਇਸ ਰਸ ਦੇ ਵਿੱਚ ਕਿਤੇ ਵਿਘਨ ਨਾ ਪੈ ਜਾਏ। ਸ਼ਾਂਤ ਹੋ ਜਾਂਦੇ ਨੇ। ਜਦੋਂ ਬਾਣੀ ਪੜ੍ਹੀ, ਸਵੇਰ ਹੋਈ, ਬੇਨਤੀ ਕੀਤੀ, ਧੀਏ ਇਹ ਬਾਣੀ ਕਿਹਦੀ ਹੈ? ਸਹਿਜ ਸੁਭਾ ਕਹਿੰਦਾ ਇਹ ਬਾਣੀ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਉਹਨਾਂ ਦੇ ਸਿੰਘਾਸਨ ਦੇ ਉੱਪਰ ਮੇਰੇ ਪਿਤਾ ਧੰਨ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਬਿਰਾਜਮਾਨ ਨੇ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਧੀਏ ਇਸ ਟੁੱਟੇ ਹੋਏ ਨੂੰ ਗੁਰੂ ਦੇ ਨਾਲ ਮਿਲਾ ਦੇ। ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਨੂੰ ਨਾਲ ਲੈ ਕਰਕੇ ਖਡੂਰ ਸਾਹਿਬ ਦੀ ਧਰਤੀ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਗਏ ਨੇ। ਬਾਬਾ ਅਮਰਦਾਸ ਜੀ ਨੂੰ ਬਾਹਰ ਬਿਠਾ ਦਿੱਤਾ। ਆਪ ਸਤਿਗੁਰਾਂ ਦੇ ਕੋਲ ਆਗਿਆ ਲੈਣ ਦੇ ਲਈ ਗਏ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਧੀਏ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਹੈ ਨਾ, ਉਹਨਾਂ ਨੂੰ ਬਾਹਰ ਕਿਉਂ ਬਿਠਾਇਆ? ਉਹਨਾਂ ਨੂੰ ਅੰਦਰ ਲੈ ਕੇ ਆਓ। ਉਸੇ ਸਮੇਂ ਹੀ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਨੂੰ ਸਤਿਗੁਰਾਂ ਦੇ ਕੋਲੋਂ ਆਗਿਆ ਪਾ ਕਰਕੇ ਬਾਹਰੋਂ ਲੈ ਕਰਕੇ ਗਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਸਾਹਮਣੋਂ ਬਾਬਾ ਅਮਰਦਾਸ ਜੀ ਆਏ ਰਹੇ, ਰਿਸ਼ਤੇਦਾਰੀ ਦੇ ਵਿੱਚ ਕੁੜਮਾਚਾਰ ਨੇ,
ਸੰਸਾਰੀ ਸੰਬੰਧਾਂ ਨੂੰ ਵੇਖ ਕਰਕੇ ਸਤਿਗੁਰੂ ਜੀ ਸਿੰਘਾਸਨ ਤੋਂ ਉੱਠੇ ਨੇ, ਗਲ ਮਿਲਣ ਦੇ ਲਈ ਤਿਆਰ ਹੋਏ ਨੇ। ਜੋ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਇਹ ਜ਼ਿਕਰ ਕੀਤਾ ਹੈ, ਲੱਖ ਸੰਸਾਰ ਸੰਬੰਧ ਕੋ ਹੋਏ ਸਤਿਗੁਰ ਠਾਂਡੇ, ਗਲ ਮਿਲਵੇ ਕੋ ਤਿਆਰ ਪੈ ਪਟ ਤੇ ਕਰ ਕਾਂਡੇ। ਗਲ ਮਿਲਣ ਦੇ ਲਈ ਤਿਆਰ ਹੋਏ ਨੇ। ਬਾਬਾ ਅਮਰਦਾਸ ਜੀ ਉਸੇ ਸਮੇਂ ਸਤਿਗੁਰਾਂ ਦੇ ਚਰਨ ਫੜ ਲੈਂਦੇ ਨੇ, ਕਹਿਣ ਲੱਗੇ ਸਤਿਗੁਰੂ ਉਚਿਤ ਨਹੀਂ ਗੁਰ ਮਿਲਣ ਕੋ ਬੰਧਨ ਕੋ ਠਾਨੀ। ਸਤਿਗੁਰੂ ਹੁਣ ਮੈਂ ਗਲ ਮਿਲਣ ਦੇ ਲਈ ਨਹੀਂ ਆਇਆ, ਕੁੜਮਾਚਾਰੀ ਦੇ ਨਾਤੇ ਤੇ ਨਹੀਂ ਆਇਆ, ਇੱਕ ਸੇਵਕ ਬਣ ਕਰਕੇ ਆਏ ਆ ਤੁਹਾਡੇ ਦਰ ਤੇ ਕਿਰਪਾ ਕਰੋ, ਰਹਿਮਤ ਕਰੋ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਲੰਬੇਰਾ ਸਮਾਂ ਰਹੇ, ਸੇਵਾ ਕਰਦੇ ਰਹੇ, ਘਾਲਣਾ ਘਾਲਦੇ ਰਹੇ। ਪਾਣੀ ਲਿਆ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਂਦੇ ਨੇ। ਤੇ ਇੱਕ ਦਿਨ ਅਜਿਹਾ ਆਇਆ ਜਦੋਂ ਝੱਖੜ ਝਾਂਗੀ ਵਰਸ ਰਹੇ ਨੇ, ਸਿਰ ਦੇ ਉੱਪਰ ਗਾਗਰ ਚੁੱਕੀ ਹੋਈ ਹੈ। ਰਸਤੇ ਦੇ ਵਿੱਚ ਇੱਕ ਜੁਲਾਹੇ ਦਾ ਘਰ ਹੈ, ਉੱਥੇ ਖੱਡੀ ਦੇ ਵਿੱਚ ਕਿੱਲੀ ਦੇ ਨਾਲ ਅੜਕ ਜਾਂਦਾ ਪੈਰ, ਡਿੱਗ ਪੈਂਦੇ ਨੇ ਤੇ ਡਿੱਗਣ ਦਾ ਖੜਾਕ ਹੁੰਦਾ ਹੈ। ਜੁਲਾਹਾ ਆਪਣੇ ਘਰ ਵਾਲੀ ਜੁਲਾਹੀ ਨੂੰ ਪੁੱਛਦਾ ਹੈ ਕਿ ਇਸ ਸਮੇਂ ਕੌਣ ਹੋ ਸਕਦਾ ਹੈ। ਤੇ ਜੁਲਾਹੀ ਨੇ ਕਹਿ ਦਿੱਤਾ, ਜੇ ਅਮਰੂ ਨਿਥਾਮਾ ਹੋਗਾ ਸਦਾ ਹੈ ਭਟਕਤਾ ਫਿਰਤਾ, ਨਾ ਕਾਹੂੰ ਕਿ ਕਾਨ ਨਾ ਕੜਤਾ, ਵਿਕਾਰਾ ਹੋ ਤੋ ਐਸਾ ਹੋ। ਕਹਿਣ ਲੱਗੀ ਇਹ ਤਾਂ ਅਮਰੂ ਨਿਥਾਮਾ ਹੈ ਜਿਹੜਾ ਕੁਰਮਾ ਦੇ ਘਰ ਦੇ ਵਿੱਚ ਆ ਕਰਕੇ ਟਿਕਿਆ ਹੋਇਆ ਹੈ। ਬਾਬਾ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ। ਉਸੇ ਸਮੇਂ ਬਾਬਾ ਅਮਰਦਾਸ ਜੀ ਨੇ ਕਹਿ ਦਿੱਤਾ, ਕਮਲੀਏ ਗੁਰੂ ਕੀ ਰਜ਼ਾ ਮੈਂ ਚੁੱਪ ਰਹਿ, ਉसी दम हो गई कमली, इशारा हो तो ऐसा हो। उसे समय ही ये कमली हो गई। अमृत वेला होया, सवेर होई। धन सतगुरु श्री गुरु अंगद देव महाराज जी दे कोल जुलाहा आया। जुलाही नूं बुलाया। बाबा अमरदास जी नूं सारी वारता रात दी पुछी। बाबा अमरदास जी खामोश रहे ने। जुलाहे ने सारी वारता गुरु अंगद देव महाराज जी नूं सच सच करके सुना दिती कि सतगुरु जी रात दा आ वाकिया होया। मैं सहज सुभाअ अपने घर वाली नूं पुछया, जागदी सी कि बाहर कोई डिग्गिया, बड़ा खड़ाक होया ते कौन है, ते मेरे घर वाली ने सहज सुभाअ कह दिता ये तां अमरू निथामा होएगा। निथामा कह दिता सी। सतगुरु जी कह लगे जिन्हों गुरु चरना विच जगह मिल जाए वह कदे निथावा नहीं हुंदा, वो थां वाला हुंदा है। साहिब गुरु अंगद देव महाराज जी बाबा अमरदास जी नूं उस समय कहन लगे, पुरखा इस समय की उड़ीक विच सी कि कदों तू डिगे ते तैनूं डिगे होए नूं चुक करके मैं गुरु नानक दे सिंघासन दे उपर बिठा देवां। सत श्री अकाल। हुण इत्थे डिगण तो भाव शरीर करके डिगना नहीं सी, डिगण तो भाव सी मन करके डिगना। असी मन करके तां खलोते रहिंदे आ ते शरीर करके लम्मे पै के डंडौता करदे आ। लम्मे पै करके शरीर करके डिग पैंदे आ, पर मन करके बड़े खड़े हुंदे आ, आकड़े हुंदे आ, बड़ा अहंकार अंदर हुंदा है। डंडे नूं सीधे तरह खड़ा करिए तो खड़ेगा नहीं, उन्हें सपोर्टां देण दी लोड़ पैंदी है। तो जदों उस डंडे दीयां सारियां सपोर्टां लथ जांदियां ते वो डंडा खड़दा नहीं तो अपने आप डिग पैंदा है। साडे मन नूं बड़ियां सपोर्टां ने, किते अहंकार दियां, हौमे दियां, ईरखा दियां, द्वैस दियां, नफरत दियां, बहुत सारियां सपोर्टां ने। किते इस मन तो ये सारियां सपोर्टां जिद्दे लथ गईयां ना, जदों ये लथ गईयां फिर मन खलोएगा नहीं, डिग पएगा। ऐसे डिगे हुए मन नूं गुरु चुक करके गुरु नानक दे सिंघासन दे उपर बिठा दिंदा है। धन सतगुरु श्री गुरु अंगद देव महाराज जी ने बाबा अमरदास जी नूं कलावे विच लिया।
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੰਘਾਸਨ ਦੇ ਉੱਪਰ ਬਿਠਾ ਦਿੱਤਾ ਔਰ ਵਚਨ ਕੀਤੇ, ਪੁਰਖਾ ਅੱਜ ਤੋਂ ਤੇਰੇ ਤੇ ਮੇਰੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਬਾਬਾ ਅਮਰਦਾਸ ਜੀ ਨੂੰ ਅਨੇਕਾਂ ਰਹਿਮਤਾਂ ਦੇ ਨਾਲ ਸਤਿਗੁਰਾਂ ਨੇ ਵਰਸਾਇਆ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਪੁਰਖਾ ਅੱਜ ਤੋਂ ਬਾਅਦ ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਪੱਤਿਆਂ ਦੀ ਪੱਤ ਹੈ, ਨਿਧਿਰਿਆਂ ਦੀ ਧਿਰ ਹੈ, ਨਿਲੱਜਿਆਂ ਦੀ ਲੱਜ ਹੈ। ਸਤਿਗੁਰੂ ਨੇ ਬੜੇ ਬਰਾਂ ਦੇ ਨਾਲ ਨਿਵਾਜਿਆ। ਭੱਟ ਸਾਹਿਬਾਨ ਵੀ ਸਤਿਗੁਰੂ ਜੀ ਦੇ ਬੇਸ਼ੁਮਾਰ ਗੁਣਾਂ ਤੋਂ ਬਲਿਹਾਰੇ ਜਾਂਦੇ ਨੇ। ਕਹਿਣ ਲੱਗੇ, ਦਾਤਾ ਤੇਰੇ ਅੰਦਰ ਬੇਸ਼ੁਮਾਰ ਗੁਣ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਬਸੰਤ ਦੀ ਬਹਾਰ ਦੇ ਵਿੱਚ ਪੈਦਾ ਹੋਏ ਫੁੱਲਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਹਿਣ ਲੱਗੇ, ਸਮਾਂ ਆਉਣ ਤੇ ਕੋਈ ਉਹਨਾਂ ਦੀ ਵੀ ਗਿਣਤੀ ਕਰ ਸਕਦਾ ਹੈ। ਬਰਸਾਤ ਦੇ ਵਿੱਚ ਆਕਾਸ਼ ਤੋਂ ਡਿੱਗ ਰਹੀਆਂ ਬੂੰਦਾਂ ਦੀ ਵੀ ਕੋਈ ਗਿਣਤੀ ਕਰ ਸਕਦਾ ਹੈ। ਆਕਾਸ਼ ਦੇ ਵਿੱਚ ਚਮਕਦੇ ਤਾਰਿਆਂ ਦੀ ਕੋਈ ਗਿਣਤੀ ਕਰ ਸਕਦਾ। ਪਰ ਸਤਿਗੁਰੂ ਤੇਰੇ ਅੰਦਰ ਬੇਸ਼ੁਮਾਰ ਗੁਣ ਨੇ, ਤੇਰੇ ਅਥਾਹ ਗੁਣਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਣ ਹਰ ਬੂੰਦ ਬਸੋਂ ਰੋਮਾਵਲ, ਕੁਸਮ ਬਸੰਤ ਗਣੰਤ ਨ ਆਵੇ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। रुद्र ध्यान ज्ञान सतगुर के कब जन भल, उन्हें जो गावे। भले अमरदास गुण तेरे, तेरी उपमा तोहे बने आवे। सतगुरु तेरे अंदर बेशुमार गुण ने, जिहड़े गुण तू ही जानदा है, उन्हां गुणां दा अंत कोई नहीं पा सकदा। सतगुरु साहिब गुरु अमरदास पातशाह जी दा अज गुरता गद्दी दिवस, जिथे भी नानक नाम लेवा गुरसिख संगतां बैठियां ने, बड़ी शरधा भावना दे नाल मना रहीआं ने। आओ गुरु प्यारी साध संगत जी हो, हुण चल रही लड़ीवार श्री नानक प्रकाश ग्रंथ विचों इतिहास की कथा दे नाल जुड़िए। कल तक इतिहास आप जी ने यह सरवण कीता सी। जगत गुरु गुरु नानक देव महाराज जी बेबे नानकी जी नूं सुल्तानपुर की धरती ते मिल करके ਉਹਨੂੰ ਦਿਲਾਸਾ ਦੇ ਕੇ ਕਿ ਭੈਣ ਜੀ ਜਦੋਂ ਵੀ ਤੁਸੀਂ ਚੇਤੇ ਕਰੋਗੇ, ਮੈਨੂੰ ਸਿਮਰੋਗੇ, ਮੈਂ ਉਸੇ ਸਮੇਂ ਹੀ ਤੁਹਾਡੇ ਕੋਲੇ ਹਾਜ਼ਰ ਹੋ ਜਾਵਾਂਗਾ। ਬੜਾ ਦਿਲਾਸਾ ਦਿੱਤਾ। ਫਿਰ ਗਰੀਬ ਨਵਾਜ਼ ਸਤਿਗੁਰੂ ਸੁਲਤਾਨਪੁਰ ਤੋਂ ਚੱਲੇ ਨੇ ਤੇ ਮਾਤਾ ਪਿਤਾ ਜੀ ਨੂੰ ਮਿਲਣ ਦੇ ਲਈ ਤਲਵੰਡੀ ਪਹੁੰਚਦੇ ਨੇ। ਗਰੀਬ ਨਵਾਜ਼ ਸਾਹਿਬ ਜੀ नगर तो बाहर ही एक खूह ते रमणीक जगह वेख करके उत्थे विराजमान हुंदे ने। थोड़ा समा बैठते ने। भाई मरदाना जी दे मन दे अंदर परिवार नूं मिलण दी इच्छा पैदा हुई है। भाई मरदाना जी हाथ जोड़ करके कहण लगे, सतगुरु बड़ा लंबेरा समा हो गया परिवार नूं मिलिया नूं, जदों तो घरों निकले आ परत करके घर पैर नहीं पाए। सतगुरु जा करके परिवार की खबरसार लै लवां, किते पता नहीं परिवार मर गया कि जिउंदा है। धन गुरु नानक देव महाराज जी कहण लगे, मरदानिया तू साडे नाल रहना, साडे नाल रहण दा की फायदा होया वे जे परिवार नूं तेरे नुकसान हो जावे। जा असीं तेरे नाल वादा करदे आ। साहिब गुरु नानक पातशाह जी कहण लगे, मरदानिया तेरे ते तेरे परिवार नूं जमा दा खौफ नहीं होएगा, जम नेड़े नहीं टुकणगे। धन गुरु नानक देव महाराज जी ने कृपा की। भाई मरदाना जी सतगुरां दे कोलों आग्या प्राप्त करके अपने परिवार नूं जा करके मिलदा है। साहिब गुरु नानक देव महाराज जी जांदे भाई मरदाने नूं कह दिंदे ने, मरदानिया जे किते सत्कारयोग पिता जी मिलन, माता जी मिले, घर दा कोई मैंबर मिले, मेरे बारे किसी नूं कुछ नहीं दसना कि मैं उत्थे बैठा होया, मैं उस थां ते बैठा। भाई मरदाना जी कर गए ने। बहुत सारे नगर दे लोग भाई मरदाना जी नूं आ करके मिले। भाई मरदाना जी ने सारियां दी रिस्पैक्ट की, उन्हां दी आओ भगत की। कुछ समा रह करके ना भाई मरदाना जी फिर सत्कारयोग पिता कालू जी दे घर पहुँचते ने। अगों सत्कारयोग माता तृप्ता जी भाई मरदाना जी नूं आउंदिआं नूं वेखदे ने, बड़े प्रसन्न हुंदे ने। भाई मरदाना जी नूं कलावे विच लैंदे ने, पुछदे ने मेरा लाल कित्थे है। ते भाई मरदाना जी
ਖਾਮੋਸ਼ ਹੁੰਦੇ ਨੇ। ਫਿਰ ਪੁੱਛਦੇ ਨੇ ਮੇਰੇ ਅੱਖਾਂ ਦਾ ਤਾਰਾ ਕਿੱਥੇ ਹੈ? ਭਾਈ ਮਰਦਾਨਾ ਜੀ ਕਹਿਣ ਲੱਗੇ ਸੁਲਤਾਨਪੁਰ ਦੀ ਧਰਤੀ ਤੇ ਮਿਲਾਪ ਹੋਇਆ ਸੀ, ਉਸ ਤੋਂ ਬਾਅਦ ਪਤਾ ਨਹੀਂ ਉਹ ਕਿੱਥੇ ਚਲੇ ਗਏ ਨੇ। ਮਾਤਾ ਜੀ ਬੜੇ ਵਿਰਾਗ ਦੇ ਵਿੱਚ ਨੇ, ਆਪਣੇ ਪੁੱਤਰ ਨੂੰ ਆਪਣੇ ਲਾਲ ਨੂੰ ਮਿਲਣ ਦੇ ਲਈ ਉਤਾਵਲੇ ਨੇ। ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ ਹੈ, ਬਿਰਧ ਅਵਸਥਾ ਹੈ, ਤਨ ਕਮਜ਼ੋਰ ਹੋ ਚੁੱਕਾ ਹੈ। ਇਹ ਇਤਿਹਾਸ ਕੱਲ ਆਪ ਜੀ ਨੇ ਇੱਥੋਂ ਤੱਕ ਕੇ ਸਰਵਣ ਕੀਤਾ ਸੀ। ਆਓ ਅੱਗੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦੇ ਹਾਂ। ਅੱਜ ਦੇ ਇਤਿਹਾਸ ਨੂੰ ਪੜ੍ਹਨ ਵਿਚਾਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਵਿੱਚ ਜੋੜੀਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਰਹਿਮਤਾਂ ਕਰਨ, ਸੀਸ ਤੇ ਰਹਿਮਤ ਭਰਿਆ ਹੱਥ ਰੱਖ ਕੇ ਆਪ ਸਤਿਗੁਰੂ ਜੀ ਅੱਜ ਦੇ ਇਸ ਪਾਵਨ ਇਤਿਹਾਸ ਦੀ ਵਿਚਾਰ ਕਰਵਾ ਲੈਣ। ਆਓ ਪਿਆਰ ਸਤਿਕਾਰ ਦੇ ਨਾਲ ਮਨ ਦੀ ਅਤੇ ਜੇਬਾਂ ਦੀ ਪਵਿੱਤਰਤਾ ਦੇ ਲਈ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ੋ ਆਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਚਤਰ ਕਟੀ ਬੈਠਿਓ ਮਰਦਾਨਾ। ਚਾਰ ਘੜੀਆਂ ਭਾਈ ਮਰਦਾਨਾ ਜੀ ਪਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਬੈਠੇ ਹਨ। ਪੁਨ ਉੱਠ ਚੱਲਿਓ ਪ੍ਰਭੂ ਜੇ ਥਾਨਾ। ਫਿਰ ਭਾਈ ਮਰਦਾਨਾ ਜੀ ਉੱਥੋਂ ਉੱਠ ਕਰਕੇ ਉਸ ਥਾਂ ਵੱਲ ਨੂੰ ਚੱਲੇ ਨੇ ਜਿੱਥੇ ਦੀਨ ਦੁਨੀਆ ਦੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬਿਰਾਜਮਾਨ ਹਨ। ਤਬ ਤ੍ਰਿਪਤਾ ਉਰ ਧੀਰਜ ਤਰ ਕੈ। ਉਸ ਸਮੇਂ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਹਿਰਦੇ ਦੇ ਵਿੱਚ ਧੀਰਜ ਰੱਖਿਆ, ਹੌਸਲਾ ਰੱਖਿਆ। ਇਸ ਬਿਲੋਕ ਉਰ ਰਹੀ ਵਿਚਰ ਕੈ। ਕੁਝ ਨਹੀਂ ਦੱਸਿਆ, ਖਾਮੋਸ਼ ਰਹੇ। ਮਾਤਾ ਜੀ ਹਿਰਦੇ ਵਿੱਚ ਧੀਰਜ ਰੱਖ ਕਰਕੇ ਭਾਈ ਮਰਦਾਨਾ ਜੀ ਨੂੰ ਤੁਰੇ ਜਾਂਦਿਆਂ ਨੂੰ ਵੇਖ ਰਹੇ ਨੇ, ਹਿਰਦੇ ਵਿੱਚ ਵਿਚਾਰ ਰਹੇ ਹਨ। ਵਹਿਰ ਚਲਿਓ ਉਠ ਤੂਰਨ ਜੇਵਾ। ਕਿ ਭਾਈ ਮਰਦਾਨਾ ਜੀ ਆਪਣੇ ਘਰ ਤਾਂ ਗਏ ਕੋਈ ਨਹੀਂ, ਲੰਬੇਰਾ ਸਮਾਂ ਹੋ ਗਿਆ ਇਹਨਾਂ ਨੂੰ ਘਰੋਂ ਗਿਆ ਨੂੰ, ਤੇ ਘਰ ਵੱਲ ਨੇ ਇਹਨਾਂ ਨੇ ਰੁਖ ਨਹੀਂ ਕੀਤਾ, ਇੱਥੋਂ ਤੋਂ ਬਾਹਰ ਨੂੰ ਤੁਰ ਪਏ ਨੇ। ਮਾਤਾ ਜੀ ਇਹ ਵਿਚਾਰ ਕਰ ਰਹੇ ਨੇ ਔਰ ਸਤਿਕਾਰਯੋਗ ਮਾਤਾ ਜੀ ਬਹਿਰ ਚੱਲਿਓ ਉਠ ਤੂਰਨ ਜਹਿਵਾ ਕਿ ਜ਼ਰੂਰ ਇਹਦੇ ਵਿੱਚ ਕੁਝ ਨਾ ਕੁਝ ਰਾਜ਼ ਹੈ ਜੋ ਭਾਈ ਮਰਦਾਨਾ ਜੀ ਉੱਠ ਕਰਕੇ ਬਾਹਰ ਨੂੰ ਚਲੇ ਗਏ ਹਨ। ਹੋਏ ਆਤਮਜ ਮੇਰੋ ਤਹਿਵਾ। ਮਾਤਾ ਜੀ ਕਹਿਣ ਲੱਗੇ ਜ਼ਰੂਰ ਕੋਈ ਨਾ ਕੋਈ ਰਾਜ਼ ਹੈ। ਇੰਜ ਜਾਪਦਾ ਹੈ ਕਿ ਜਿੱਧਰ ਨੂੰ ਭਾਈ ਮਰਦਾਨਾ ਜੀ ਗਏ ਨੇ ਨਾ ਉਧਰ ਮੇਰਾ ਪੁੱਤਰ, ਮੇਰੇ ਅੱਖਾਂ ਦਾ ਤਾਰਾ ਨਾਨਕ ਜ਼ਰੂਰ ਹੋਏਗਾ। ਬਹੁਤ ਦਿਨ ਬੀਤੇ ਆਇਓ ਘਰ ਮਾਈ। ਬਹੁਤ ਦਿਨ ਬੀਤੇ ਨੇ ਆਇਓ ਘਰ ਮਾਹੀ। ਭਾਈ ਮਰਦਾਨਾ ਜੀ ਬਹੁਤ ਦਿਨਾਂ ਬਾਅਦੋਂ ਆਪਣੇ ਘਰ ਆਏ ਹਨ। ਬਾਸੁਰ ਰਿਓ ਏਕ ਪੀ ਨਾਈ। ਮਨ ਦੇ ਅੰਦਰ ਸ਼ੰਕਾ ਪੈਦਾ ਹੋਇਆ। ਮਾਤਾ ਜੀ ਵਿਚਾਰ ਕਰਨ ਲੱਗੇ ਨੇ ਕਿ ਬਹੁਤ ਦਿਨ ਹੋ ਗਏ ਨੇ ਭਾਈ ਮਰਦਾਨਾ ਜੀ ਨੂੰ ਬਾਹਰ ਗਿਆ ਨੂੰ, ਤੇ ਘਰ ਰਹੇ ਕੋਈ ਨਹੀਂ। ਵਾਸਰ ਰਹਿਓ ਏਕ ਵੀ ਨਹੀਂ। ਵਾਸਰ ਦਾ ਅਰਥ ਹੈ ਦਿਨ। ਇੱਕ ਦਿਨ ਵੀ ਆਪਣੇ ਘਰ ਵਿੱਚ ਭਾਈ ਮਰਦਾਨਾ ਜੀ ਨੇ ਬਤੀਤ ਨਹੀਂ ਕੀਤਾ। ਦੋਹਰਾ ਇਸ ਬਿਦ ਜਨਨੀ ਮਨ ਗੁਨਤ ਮధుਰ ਅਸਨ ਲੈ ਓਲ। ਇਸ ਤਰ੍ਹਾਂ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਮਨ ਦੇ ਅੰਦਰ ਵਿਚਾਰਦੇ ਨੇ ਕਿ ਜ਼ਰੂਰ ਕੋਈ ਨਾ ਕੋਈ ਰਾਜ਼ ਹੈ ਜਿਹੜਾ ਭਾਈ ਮਰਦਾਨਾ ਜੀ ਨੇ ਛੁਪਾ ਕਰਕੇ ਰੱਖਿਆ ਜੋ ਮੈਨੂੰ ਦੱਸ ਨਹੀਂ ਰਹੇ। ਇਸ ਤਰ੍ਹਾਂ ਮਾਤਾ ਜੀ ਨੇ ਬਿਨਾਂ ਦੱਸਿਆਂ ਤੋਂ ਨਾ ਆਪਣੇ ਕੋਲ ਮਧੁਰ ਭੋਜਨ, ਸਵਾਦਲਾ ਭੋਜਨ ਲਿਆ ਹੈ। ਤੂਰਨ ਗਵਨੀ ਧਾਈ ਕਰ ਲੀਨੇ ਰੁਚਰ ਨਿਚੋਲ। ਤੁਰਨ ਹੀ ਜਲਦੀ ਹੀ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਆਪਣੇ ਕੋਲੇ ਚੋਲਾ ਲਿਆ, ਵਸਤਰ ਲਏ ਤੇ ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਤੁਰ ਪਏ। ਚੌਪਈ
ਮਿਲੀ ਗੈਲ ਮੈਂ ਜੈ ਮਰਦਾਨਾ। ਮਾਤਾ ਜੀ ਕੁਝ ਤੇਜ਼ ਤੁਰੇ ਨੇ ਤੇ ਤੁਰਦਿਆਂ ਤੁਰਦਿਆਂ ਭਾਈ ਮਰਦਾਨਾ ਜੀ ਨੂੰ ਜਾ ਕਰਕੇ ਮਿਲ ਪਏ ਹਨ। ਆਤੁਰ ਹੋਏ ਕਰ ਬਚਨ ਬਖਾਨਾ। ਮਾਤਾ ਜੀ ਬੜੇ ਵਿਆਕੁਲ ਹੋ ਕਰਕੇ, ਆਤੁਰ ਹੋ ਕਰਕੇ, ਆਤੁਰ ਦਾ ਅਰਥ ਹੈ ਦੁਖੀ, ਵਿਆਕੁਲ, ਬਹੁਤ ਦੁਖੀ ਹੋ ਕਰਕੇ ਭਾਈ ਮਰਦਾਨਾ ਜੀ ਦੇ ਨਾਲ ਬਚਨ ਕੀਤੇ ਹਨ। ਸੁਤ ਨਾਨਕ ਸੋ ਮੇਲੋ ਮੋਕੋ। ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਾ ਜੀ ਤੁਸੀਂ ਮੈਨੂੰ ਮੇਰੇ ਪੁੱਤਰ ਨਾਨਕ ਦੇ ਨਾਲ ਮਿਲਾ ਦੇਵੋ। ਸੁਧ ਮਰਦਾਨੇ ਤੈ ਕੋ ਤੋਕੋ। ਤੁਹਾਨੂੰ ਪਤਾ ਹੈ ਮੇਰਾ ਪੁੱਤਰ ਨਾਨਕ ਕਿੱਥੇ ਹੈ। ਜਿਹੜਾ ਮਿਲਿਆ ਹੋਇਆ ਨਾ ਉਹੀ ਦੂਸਰੇ ਨੂੰ ਮਿਲਾ ਸਕਦਾ ਹੈ, ਜਿਹੜਾ ਕਦੇ ਮਿਲਿਆ ਹੀ ਨਹੀਂ ਹੈ ਉਹ ਦੂਜੇ ਨੂੰ ਕਿਵੇਂ ਮਿਲਾਏਗਾ। ਪਹਿਲੇ ਤਾਂ ਮਿਲੇ ਹੋਏ ਦੀ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ। ਮਿਲਿਆ ਹੋਇਆ ਆਪਣੇ ਆਪ ਨੂੰ ਦੱਸਦਾ ਕੋਈ ਨਹੀਂ ਕਿ ਮੈਂ ਮਿਲਿਆ ਹੋਇਆ, ਆਪਣੇ ਆਪ ਨੂੰ ਛੁਪਾ ਕੇ ਰੱਖਦਾ ਹੈ। ਭਾਈ ਮਰਦਾਨਾ ਜੀ ਮਿਲੇ ਹੋਏ ਨੇ, ਆਪਣੇ ਆਪ ਨੂੰ ਛੁਪਾ ਕੇ ਰੱਖਿਆ, ਦੱਸਿਆ ਕੋਈ ਨਹੀਂ ਕਿ ਕਿੱਥੇ ਹੈ ਨਾਨਕ। ਜਿਹੜਾ ਮਿਲਿਆ ਹੋਇਆ ਹੈ ਬੇਬੇ ਨਾਨਕੀ ਨੂੰ ਪਤਾ ਹੈ ਭਾਈ ਮਰਦਾਨਾ ਵੀ ਮਿਲੇ ਹੋਏ ਨੇ। ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੂੰ ਪਤਾ ਹੈ ਭਾਈ ਮਰਦਾਨਾ ਜੀ ਮਿਲੇ ਹੋਏ ਨੇ, ਇਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਤੁਹਾਨੂੰ ਪਤਾ ਹੈ ਮੇਰਾ ਨਾਨਕ ਕਿੱਥੇ ਹੈ। ਇਹ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਵੀ ਬਖਸ਼ਿਸ਼ ਕੀਤੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਸਨ, ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ, ਤੈਨੂੰ ਪਤਾ ਹੋਏਗਾ ਕਿ ਮੈਂ ਕਿਸ ਥਾਂ ਦੇ ਉੱਪਰ ਹਾਂ, ਕਿਸ ਰੂਪ ਵਿੱਚ ਹਾਂ, ਤੈਨੂੰ ਪਤਾ ਹੋਏਗਾ। ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਨਾਲ ਵਚਨ ਕੀਤੇ ਸਨ, ਕਿਉਂਕਿ ਮਿਲੇ ਹੋਏ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਗੁਰੂ ਨਾਨਕ ਕਿੱਥੇ ਹੈ। ਮਾਤਾ ਤ੍ਰਿਪਤਾ ਜੀ ਬੜੇ ਪਿਆਰ ਦੇ ਨਾਲ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆ ਤੈਨੂੰ ਪਤਾ ਹੈ ਮੇਰਾ ਲਖ ਤੇ ਜਿਗਰ ਦਾ ਟੋਟਾ ਨਾਨਕ ਕਿੱਥੇ ਹੈ, ਤੇ ਤੂੰ ਕਿਰਪਾ ਕਰ ਮੈਨੂੰ ਉਹਦੇ ਨਾਲ ਮਿਲਾ ਦੇ। ਬਹੁਤ ਬਰਖ ਪੇ ਦੇਖਿਓ ਨਾਈ। ਭਾਈ ਮਰਦਾਨਾ ਜੀ ਨੂੰ ਮਾਤਾ ਜੀ ਹੱਥ ਜੋੜ ਕਰਕੇ ਕਹਿ ਰਹੇ ਨੇ, ਪੁੱਤਰ ਜੀ ਬੜਾ ਸਮਾਂ ਹੋ ਗਿਆ ਲਖ ਤੇ ਜਿਗਰ ਨੂੰ ਦੇਖਿਆ, ਅੱਖਾਂ ਦੇ ਤਾਰੇ ਦੇ ਦੀਦਾਰ ਕੀਤਿਆਂ, ਆਪ ਕਿਰਪਾ ਕਰੋ ਹੁਣ ਮੈਨੂੰ ਮਿਲਾ ਦੇਵੋ। ਮੋ ਬੜਿਓ ਅਤਸ਼ੀ ਮਨ ਮਾਈ। ਮੇਰੇ ਮਨ ਦੇ ਅੰਦਰ ਬਹੁਤ ਜ਼ਿਆਦਾ ਮੋਹ ਪੈਦਾ ਹੋਇਆ ਹੈ। ਸੁਨ ਮਰਦਾਨੇ ਤੂਸ਼ਨ ਕੀਨੰ। ਭਾਈ ਮਰਦਾਨਾ ਜੀ ਚੁੱਪ ਹੋ ਗਏ ਨੇ। ਮਾਤਾ ਜੀ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨਾ ਕਿ ਕਿਵੇਂ ਮਿਲਿਆ ਜਾ ਸਕਦਾ ਹੈ, ਕਿੱਥੇ ਹੈ, ਮਿਲਾ ਦਿਓ, ਤੇ ਭਾਈ ਮਰਦਾਨਾ ਜੀ ਖਾਮੋਸ਼ ਹੋ ਗਏ ਨੇ, ਚੁੱਪ ਹੋ ਗਏ ਨੇ। ਜਿਹੜੇ ਮਿਲੇ ਹੋਏ ਨੇ ਉਹ ਦੱਸਦੇ ਕੋਈ ਨਹੀਂ। ਮਹਾਰਾਜਾ ਰਣਜੀਤ ਸਿੰਘ ਜੀ ਨੇ ਭਾਈ ਬੁੱਧੂ ਜੀ ਦੇ ਕੋਲ ਉਹਨਾਂ ਦੀ ਮਹਿਮਾ ਬੜੀ ਸੁਣੀ ਸੀ ਕਿ ਇਹ ਗੁਰੂ ਨਾਨਕ ਦੇ ਵਿੱਚ ਸ਼ਬਦ ਦੇ ਵਿੱਚ ਅਭੇਦ ਨੇ, ਮਿਲੇ ਹੋਏ ਨੇ। ਅਰਦਾਸ ਕਰਾਈ, ਸਫਲਤਾ ਪ੍ਰਾਪਤ ਹੋਈ, ਸ਼ੁਕਰਾਨਾ ਕਰਨ ਦੇ ਲਈ ਪਹੁੰਚੇ ਤੇ ਪਹਿਲਾਂ ਕਦੇ ਦੀਦਾਰ ਨਹੀਂ ਹੋਏ ਸਨ ਕਿ ਭਾਈ ਬੁੱਧੂ ਕੌਣ ਨੇ। ਸਹਿਜ ਸੁਭਾਅ ਮਹਾਰਾਜਾ ਰਣਜੀਤ ਸਿੰਘ ਜੀ ਨੇ ਭਾਈ ਬੁੱਧੂ ਜੀ ਦੇ ਕੋਲ ਆ ਕਰਕੇ ਬੇਨਤੀ ਕੀਤੀ, ਕਹਿਣ ਲੱਗੇ ਮੈਂ ਬੁੱਧੂ ਸਾਹਿਬ ਨੂੰ ਮਿਲਣਾ ਹੈ। ਭਾਈ ਬੁੱਧੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਸਥਾਨ ਤੇ ਲੈ ਕਰਕੇ ਚਲੇ ਗਏ। ਕਹਿਣ ਲੱਗੇ ਆਓ ਤੁਹਾਨੂੰ ਬੁੱਧੂ ਸਾਹਿਬ ਦੇ ਨਾਲ ਮਿਲਾਉਂਦੇ ਆ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਖਲੋ ਕਰਕੇ ਭਾਈ ਬੁੱਧੂ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ, ਸਾਹਿਬ ਆਓ ਬੈਠਾ ਹੈ ਤੇ ਬੁੱਧੂ ਤੁਹਾਡੇ ਸਾਹਮਣੇ ਖਲੋਤਾ ਹੈ। ਜਿਹੜਾ ਮਿਲਿਆ ਹੋਇਆ ਆਪਣੇ ਆਪ ਨੂੰ ਸਾਹਿਬ ਨਹੀਂ ਕਹਿੰਦਾ, ਕਹਿੰਦੇ ਸਾਹਿਬ ਉਹ ਹੈ, ਮੈਂ ਬੁੱਧੂ ਹਾਂ, ਤੁਹਾਡੇ ਸਾਹਮਣੇ ਖਲੋਤਾ ਹੈ। ਮਿਲਿਆ ਹੋਇਆ ਆਪਣੇ ਆਪ ਨੂੰ ਕਦੇ ਜ਼ਾਹਰ ਨਹੀਂ ਕਰਦਾ ਕਿ ਮੈਂ ਮਿਲਿਆ ਹੋਇਆ, ਮੈਂ ਅਭੇਦ ਹਾਂ। ਉਹ ਤਾਂ ਖਾਮੋਸ਼ ਹੋ ਜਾਂਦਾ, ਉਹ ਤੂਸਨ ਹੋ ਜਾਂਦਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਐਸੀ ਅਵਸਥਾ ਉਹਨਾਂ ਦੀ ਬਣੀ ਹੁੰਦੀ ਹੈ। ਭਾਈ ਮਰਦਾਨਾ ਜੀ ਨੂੰ ਸਭ ਕੁਝ ਪਤਾ ਹੈ ਕਿ ਮੇਰਾ ਨਾਨਕ ਕਿੱਥੇ ਹੈ,
ਮਾਤਾ ਜੀ ਆਤੁਰ ਨੇ, ਬੜੇ ਵਿਆਕੁਲ ਨੇ। ਪਤਾ ਹੈ ਉਹਨਾਂ ਦੇ ਦਰਦ ਨੂੰ ਝੱਲਿਆ ਨਹੀਂ ਜਾਂਦਾ। ਬੁਢੇਪੇ ਦੇ ਵਿੱਚ ਇੱਕੋ ਅੱਖਾਂ ਦਾ ਤਾਰਾ ਹੋਵੇ ਨਾ, ਮਾਤਾ ਪਿਤਾ ਦੇ ਅੰਦਰ ਕਿੰਨਾ ਦੁੱਖ ਹੁੰਦਾ ਹੈ, ਕਿੰਨਾ ਦਰਦ ਹੁੰਦਾ ਹੈ, ਉਹ ਦਰਦ ਝੱਲਿਆ ਨਹੀਂ ਜਾਂਦਾ। ਭਾਈ ਮਰਦਾਨਾ ਜੀ ਫਿਰ ਵੀ ਆਪਣੇ ਗੁਰੂ ਦੀ ਰਜ਼ਾ ਵਿੱਚ ਨੇ, ਖਾਮੋਸ਼ ਨੇ। ਮਾਤਾ ਜੀ ਦੀ ਇਹ ਸਾਰੀ ਵਾਰਤਾ ਸੁਣ ਕਰਕੇ ਚੁੱਪ ਹੋ ਗਏ। ਗੁਰ ਪੈ ਲਖਿਓ ਨਾ ਉੱਤਰ ਦੀਨੰ। ਕਿਉਂਕਿ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ, ਮਰਦਾਨਿਆਂ ਦੱਸਣਾ ਕੋਈ ਨਹੀਂ ਕਿ ਮੈਂ ਉੱਥੇ ਬੈਠਾ ਹੋਇਆ, ਗੁਰੂ ਦੀ ਰਜ਼ਾ ਵਿੱਚ ਰਹਿਣਾ ਹੈ। ਗੁਰ ਭੈ ਲਖਿਓ, ਗੁਰੂ ਦਾ ਭੈ, ਗੁਰੂ ਦਾ ਅਦਬ ਅੰਦਰ ਰੱਖਿਆ, ਗੁਰੂ ਦਾ ਡਰ ਰੱਖਿਆ। ਪਰ ਉੱਤਰ ਭਾਈ ਮਰਦਾਨਾ ਜੀ ਨੇ ਨਹੀਂ ਦਿੱਤਾ। ਜਦੋਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ ਨਾ, ਕਿਹਾ ਸੀ ਤੁਸੀਂ ਖਡੂਰ ਸਾਹਿਬ ਚਲੇ ਜਾਣਾ, ਮਾਤਾ ਭਰਾਈ ਜੀ ਦੇ ਕੋਲ ਚਲੇ ਜਾਣਾ। ਉਸ ਸਮੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਮਾਤਾ ਭਰਾਈ ਜੀ ਦੇ ਕੋਲੇ ਆ ਗਏ ਸੀ ਤੇ ਉਹ ਮਾਤਾ ਭਰਾਈ ਜੀ ਨੂੰ ਕਿਹਾ ਸੀ ਕਿ ਤੁਸੀਂ ਕਿਸੇ ਨੂੰ ਦੱਸਣਾ ਕੋਈ ਨਹੀਂ ਕਿ ਮੈਂ ਇੱਥੇ ਆ ਕਰਕੇ ਛੁਪਿਆ ਹੋਇਆ, ਇੱਥੇ ਆ ਕੇ ਛੁਪਿਆ। ਸੰਗਤਾਂ ਬੇਵਲ ਸਨ, ਤੜਫ ਰਹੀਆਂ ਸਨ ਕਿ ਗੁਰੂ ਤੱਕ ਹੁਣ ਕਿਵੇਂ ਪਹੁੰਚ ਕੀਤੀ ਜਾ ਸਕੇ, ਗੁਰੂ ਦੇ ਵਿੱਚ ਕਿਵੇਂ ਅਭੇਦ ਹੋਇਆ ਜਾ ਸਕੇ, ਗੁਰੂ ਦੇ ਦੀਦਾਰ ਕਿਵੇਂ ਕੀਤੇ ਜਾ ਸਕਣ। ਫਿਰ ਕੁਝ ਦਾਨ ਸੰਬੰਧ ਗੁਰਸਿੱਖਾਂ ਨੇ ਵਿਚਾਰ ਕੀਤੀ ਕਿ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਆ ਬਚਨ ਕੀਤੇ ਨੇ, ਉਹਨਾਂ ਨੂੰ ਪਤਾ ਹੈ ਨਾਨਕ ਕਿੱਥੇ ਹੈ। ਬਾਬਾ ਬੁੱਢਾ ਜੀ ਦੇ ਕੋਲੇ ਸੰਗਤਾਂ ਨੇ ਬੇਨਤੀ ਕੀਤੀ, ਬਾਬਾ ਜੀ ਆਪ ਕਿਰਪਾ ਕਰੋ, ਇਸ ਵਿਛੜੀ ਹੋਈ ਸੰਗਤ ਨੂੰ ਗੁਰੂ ਤੱਕ ਮਿਲਾ ਦਿਓ, ਗੁਰੂ ਵਿੱਚ ਅਭੇਦ ਕਰ ਦਿਓ, ਗੁਰੂ ਦੇ ਦੀਦਾਰ ਕਰਾ ਦਿਓ। ਬਾਬਾ ਬੁੱਢਾ ਜੀ ਸੰਗਤਾਂ ਨੂੰ ਲੈ ਕਰਕੇ ਨਾ ਮਾਤਾ ਭਰਾਈ ਜੀ ਦੇ ਘਰ ਖਡੂਰ ਸਾਹਿਬ ਵਿਖੇ ਪਹੁੰਚੇ। ਦਰਵਾਜ਼ਾ ਖੜਕਾਇਆ, ਮਾਤਾ ਜੀ ਅੰਦਰੋਂ ਆਏ। ਬਾਬਾ ਬੁੱਢਾ ਜੀ ਕਹਿਣ ਲੱਗੇ, ਮੇਰੇ ਗੁਰੂ ਨਾਨਕ ਦੀ ਜੋਤ ਇੱਥੇ ਬਿਰਾਜਮਾਨ ਹੈ, ਮੇਰਾ ਗੁਰੂ ਨਾਨਕ ਇੱਥੇ ਹੈ। ਮਾਤਾ ਜੀ ਕਹਿਣ ਲੱਗੇ, ਤੁਹਾਨੂੰ ਕੌਣ ਦੱਸਦਾ ਹੈ? ਬਾਬਾ ਬੁੱਢਾ ਜੀ ਪਰਤ ਕੇ ਕਹਿਣ ਲੱਗੇ, ਤੁਹਾਡੇ ਚਿਹਰੇ ਦਾ ਨੂਰ ਪਿਆ ਦੱਸਦਾ ਹੈ ਕਿ ਮੇਰਾ ਗੁਰੂ ਨਾਨਕ ਇੱਥੇ ਆ ਕਰਕੇ ਵਸਿਆ ਹੈ, ਮੇਰੇ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਥੇ ਬਿਰਾਜਮਾਨ ਨੇ, ਤੁਹਾਡੇ ਚਿਹਰੇ ਦਾ ਨੂਰ ਦੱਸਦਾ ਹੈ। ਮਾਤਾ ਜੀ ਕਹਿਣ ਲੱਗੇ, ਮੈਨੂੰ ਮੇਰੇ ਗੁਰੂ ਦੀ ਰਜ਼ਾ ਵਿੱਚ ਰਹਿਣ ਦਿਓ, ਤੁਹਾਨੂੰ ਪਤਾ ਚੱਲ ਗਿਆ, ਮੈਨੂੰ ਮੇਰੇ ਗੁਰੂ ਦੀ ਰਜ਼ਾ ਵਿੱਚ ਰਹਿਣ ਦਿਓ, ਮੈਨੂੰ ਮੇਰੇ ਗੁਰੂ ਦਾ ਹੁਕਮ ਹੈ, ਦੱਸਣਾ ਕੋਈ ਨਹੀਂ, ਦੱਸਣਾ ਨਹੀਂ ਹੈ। ਬਾਬਾ ਬੁੱਢਾ ਜੀ ਸੰਗਤ ਨੂੰ ਕਹਿਣ ਲੱਗੇ, ਸੰਗਤ ਜੀ ਤੁਸੀਂ ਗੁਰੂ ਦੇ ਦੀਦਾਰ ਕਰਨੇ ਆ, ਤੁਸੀਂ ਕੀਰਤਨ ਕਰੋ, ਸ਼ਬਦ ਗਾਇਨ ਕਰੋ। ਸੰਗਤਾਂ ਨੇ ਉਸੇ ਸਮੇਂ ਬਾਹਰ ਬੈਠ ਕਰਕੇ ਉੱਚੀ ਸ਼ਬਦ ਗਾਇਨ ਕੀਤਾ, ਕੀਰਤਨ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੂਸਰੀ ਸਰੂਪ ਗੁਰੂ ਅੰਗਦ ਦੇਵ ਮਹਾਰਾਜ ਜੀ ਕਮਰੇ ਚੋਂ ਬਾਹਰ ਆਏ ਨੇ। ਸੰਗਤਾਂ ਦੇ ਸਤਿਗੁਰੂ ਜੀ ਰੂਬਰੂ ਹੋਏ, ਸੰਗਤਾਂ ਨੇ ਦੀਦਾਰ ਕੀਤੇ। ਬਾਬਾ ਬੁੱਢਾ ਜੀ ਨੇ ਉਸ ਸਮੇਂ ਸੰਗਤਾਂ ਨੂੰ ਇੱਕ ਸਪੀਚ ਦਿੱਤੀ, ਕਿਹਾ ਸੰਗਤ ਜੀ ਗੁਰੂ ਦੇ ਦੀਦਾਰ ਕਰਨੇ ਨੇ, ਗੁਰੂ ਸ਼ਬਦ ਵਿੱਚੋਂ ਹੀ ਪ੍ਰਗਟ ਹੁੰਦਾ ਹੈ, ਗੁਰੂ ਸ਼ਬਦ ਵਿੱਚੋਂ ਪ੍ਰਗਟ ਹੁੰਦਾ ਹੈ। ਵਿਛੜੀ ਹੋਈ ਸੰਗਤ ਦੇ ਪ੍ਰਤੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਇਸ ਵਿਛੜੀ ਹੋਈ ਸੰਗਤ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖੋ। ਮਿਲੇ ਹੋਇਆਂ ਨੂੰ ਪਤਾ ਹੈ ਕਿ ਗੁਰੂ ਕਿੱਥੇ ਹੈ, ਉਹ ਖਾਮੋਸ਼ ਹੋ ਜਾਂਦੇ ਨੇ। ਮਾਤਾ ਭਰਾਈ ਜੀ ਚੁੱਪ ਹੋ ਗਏ, ਪਤਾ ਹੈ ਮੇਰਾ ਗੁਰੂ ਇੱਥੇ ਆ ਕਰਕੇ ਵਸਿਆ ਹੈ, ਉਹਨਾਂ ਦੀ ਰਜ਼ਾ ਵਿੱਚ ਹੈ। ਤੇ ਭਾਈ ਮਰਦਾਨਾ ਜੀ ਨੂੰ ਵੀ ਸਤਿਗੁਰਾਂ ਨੇ ਕਿਹਾ ਸੀ ਦੱਸਣਾ ਕੋਈ ਨਹੀਂ। ਗੁਰ ਭੈ ਲਖਿਓ, ਗੁਰੂ ਦਾ ਭੈ ਜਾਣ ਕਰਕੇ ਮਰਦਾਨਾ ਜੀ ਚੁੱਪ ਹੋ ਗਏ ਨੇ, ਉੱਤਰ ਕੋਈ ਨਹੀਂ ਦਿੱਤਾ। ਜਨਨੀ ਜਾਣ ਗਈ ਤੈ ਬਾਤਾ। ਜਦੋਂ ਭਾਈ ਮਰਦਾਨਾ ਜੀ ਚੁੱਪ ਹੋ ਗਏ ਨਾ, ਮਾਤਾ ਤ੍ਰਿਪਤਾ ਜੀ ਸਾਰੀ ਵਾਰਤਾ ਨੂੰ ਸਮਝ ਗਏ ਨੇ, ਜਾਣ ਗਏ ਹਨ। ਚਲੀ ਤਬੇ ਤੈ ਕੀ ਪਛਤਾਤਾ। ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਭਾਈ ਮਰਦਾਨਾ ਜੀ ਦਾ ਸਾਥ ਨਹੀਂ ਛੱਡਿਆ, ਭਾਈ ਮਰਦਾਨਾ ਜੀ ਦੇ ਨਾਲ ਹੌਲੀ ਹੌਲੀ ਤੁਰੇ ਗਏ। ਜੈ ਬੈਠੇ ਬੇਦੀ ਕੁਲ ਦੀਪਾ। ਜਿੱਥੇ ਬੇਦੀ ਕੁਲ ਦੇ ਦੀਪਕ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਬਿਰਾਜਮਾਨ ਸਨ। ਪਹੁੰਚਤ ਪੇ ਤੈ
ਕੂਪ ਸਮੀਪਾ ਉਸ ਖੂਹ ਦੇ ਕੋਲ ਮਾਤਾ ਤ੍ਰਿਪਤਾ ਜੀ ਪਹੁੰਚ ਗਏ, ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੋਏ ਸਨ। ਦੋਹਰਾ ਮਾਤ ਬਿਲੋ ਕੀ ਦੂਰ ਤੇ ਤੂਰਨ ਉਠ ਸੁਖਦਾਏ। ਸੁੱਖਾਂ ਦੇ ਦਾਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਵੇਖਿਆ ਨਾ ਸਤਿਕਾਰਯੋਗ ਮਾਤਾ ਜੀ ਆ ਰਹੇ ਨੇ, ਦੂਰ ਤੋਂ ਆਉਂਦਿਆਂ ਹੋਇਆਂ ਮਾਤਾ ਜੀ ਨੂੰ ਵੇਖ ਕਰਕੇ ਉਹਨਾਂ ਦੇ ਸਨਮਾਨ ਵਿੱਚ ਖਲੋ ਗਏ ਹਨ। ਚਰਨ ਬੰਦਨਾ ਸੀਸ ਤਰ ਕੀਨੀ ਆਗੇ ਆਏ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਤਾ ਜੀ ਦੀ ਰਿਸਪੈਕਟ ਕਰਨ ਦੇ ਲਈ, ਉਹਨਾਂ ਦਾ ਅਦਬ ਸਤਿਕਾਰ ਕਰਨ ਦੇ ਲਈ ਅੱਗੇ ਆਏ। ਆ ਕਰਕੇ ਸਤਿਕਾਰਯੋਗ ਮਾਤਾ ਜੀ ਦੇ ਮੁਬਾਰਕ ਚਰਨਾਂ ਦੇ ਉੱਪਰ ਆਪਣਾ ਸੀਸ ਰੱਖਿਆ ਹੈ। ਜੋ ਪਈ ਕੋਰੀ ਪਰ ਨਾਨਕ ਕੋ ਜਨਨੀ। ਮਾਤਾ ਜੀ ਦਾ ਸਤਿਕਾਰ ਕੀਤਾ, ਨਮਸਕਾਰ ਕੀਤੀ। ਮਾਤਾ ਤ੍ਰਿਪਤਾ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਲਾਡਲੇ ਨੂੰ ਜੱਫੀ ਦੇ ਵਿੱਚ ਲਿਆ, ਅੱਖਾਂ ਦੇ ਤਾਰੇ ਨੂੰ ਬੜੇ ਪਿਆਰ ਦੇ ਨਾਲ ਉਹਦੇ ਦੀਦਾਰ ਕੀਤੇ ਤੇ ਕਲਾਵੇ ਵਿੱਚ ਲੈ ਕਰਕੇ, ਗਲਵੱਕੜੀ ਵਿੱਚ ਲੈ ਕਰਕੇ ਬੜਾ ਸਨੇਹ ਕੀਤਾ। ਰੋਦਨ ਕਰਤ ਨ ਜਾਈ ਗਨਨੀ। ਅੰਦਰ ਵੈਰਾਗ ਪੈਦਾ ਹੋਇਆ ਤੇ ਵੈਰਾਗ ਦੇ ਕਾਰਨ ਹੰਝੂ ਕਿਰਨ ਲੱਗ ਪਏ। ਰੋਦਨ ਕਰਤ ਨਾ ਜਾਏ ਬਰਨੀ। ਕਵੀ ਜੀ ਕਹਿਣ ਲੱਗੀ ਬਿਆਨ ਨਹੀਂ ਕੀਤਾ ਜਾ ਸਕਦਾ ਅੰਦਰ ਕਿਵੇਂ ਉਹ ਪ੍ਰੇਮ ਨੇ ਉਛਾਲਾ ਖਾਦਾ ਹੈ। ਚਲਿਓ ਬਿਲੋਚਨ ਤੇ ਬੋ ਨੀਰੰ। ਨੇਤਰਾਂ ਦੇ ਵਿੱਚੋਂ ਬਿਲੋਚਨ ਦਾ ਅਰਥ ਹੈ ਨੇਤਰ। ਨੇਤਰਾਂ ਦੇ ਵਿੱਚੋਂ ਬਹੁਤ ਜ਼ਿਆਦਾ ਨੀਰ ਵਹਿਆ, ਬਹੁਤ ਜ਼ਿਆਦਾ ਪਾਣੀ ਵਗਿਆ। ਸੁਤ ਬਿਰਹਾਨ ਜਨ ਕਰ ਸੀਰੰ। ਆਪਣੇ ਪੁੱਤਰ ਦੇ ਬਿਰਹੇ ਦੇ ਵਿੱਚ, ਵਿਯੋਗ ਦੇ ਵਿੱਚ ਬਹੁਤ ਜ਼ਿਆਦਾ ਨੀਰ ਵਹਿਆ ਤੇ ਮਾਨੋ ਤਨ ਦੇ ਸਾਰੇ ਵਸਤਰ ਹੀ ਉਸ ਨੀਰ ਦੇ ਨਾਲ ਭਿੱਜ ਗਏ। ਅਸ਼ਰੂਪਾਤ ਸੋ ਵਸਤਰ ਪਿਗੋਏ। ਔਰ ਇੰਨੇ ਹੰਝੂ ਗਿਰੇ, ਇਹਨਾਂ ਅੱਖਾਂ ਦੇ ਵਿੱਚੋਂ ਪਾਣੀ ਗਿਰਿਆ, ਸਾਰੇ ਵਸਤਰ ਹਨ ਜਿਹੜੇ ਉਹ ਭਿੱਜ ਗਏ ਹਨ। ਜੋ ਦੇਖਤ ਸੋ ਗਦ ਗਦ ਹੋਏ। ਜਿਹੜਾ ਵੀ ਦੇਖਦਾ ਨਾ ਐਸੇ ਪ੍ਰੇਮ ਨੂੰ ਤੱਕਦਾ ਹੈ ਉਹ ਗਦ ਗਦ ਹੋ ਜਾਂਦਾ ਹੈ, ਬੜਾ ਪ੍ਰਸੰਨ ਹੁੰਦਾ ਹੈ। ਕੋਰੀ ਤੇ ਸੁਤ ਕੋ ਨੈ ਤਜਈ। ਔਰ ਮਾਤਾ ਜੀ ਨੇ ਬੜੇ ਲੰਮੇ ਸਮੇਂ ਬਾਅਦੋਂ ਆਪਣੇ ਜਿਗਰ ਦੇ ਟੋਟੇ ਦੇ ਦੀਦਾਰ ਕੀਤੇ ਨੇ। ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੀ ਗਲਵੱਕੜੀ ਦੇ ਵਿੱਚੋਂ ਨਹੀਂ ਛੱਡਦੇ। ਅਧਿਕ ਬਿਰੋਂ ਤੇ ਮਿਲਤ ਨ ਰਜਈ। ਔਰ ਬਹੁਤ ਜ਼ਿਆਦਾ ਬਿਰਹੋ ਪੈਦਾ ਹੋਇਆ। ਮਾਤਾ ਜੀ ਆਪਣੇ ਪੁੱਤਰ ਦੇ ਚੰਦਰਮਾ ਵਰਗੇ ਮੁਖੜੇ ਨੂੰ ਤੱਕਦਿਆਂ, ਉਹਨੂੰ ਵੇਖਦਿਆਂ ਹੋਇਆਂ, ਉਹਦੇ ਨਾਲ ਸਨੇਹ ਕਰਦਿਆਂ ਹੋਇਆਂ ਰਸਦੇ ਕੋਈ ਨਹੀਂ ਹਨ। ਬਦਨ ਬਿਲੋਕਤ ਸੂੰਗਤ ਮਾਥਾ। ਆਪਣੇ ਪੁੱਤਰ ਦੇ ਬਦਨ ਨੂੰ, ਚਿਹਰੇ ਨੂੰ ਵੇਖਦੇ ਨੇ, ਮੱਥੇ ਨੂੰ ਸੁੰਘਦੇ ਨੇ, ਬੜਾ ਪਿਆਰ ਕਰਦੇ ਹਨ। ਕਰਤ ਨੇ ਸਿਰ ਫੇਰਤ ਹਾਥਾ। ਬਹੁਤ ਸਨੇਹ ਕਰਦਿਆਂ ਹੋਇਆਂ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਆਪਣੇ ਲਖ ਤੇ ਜਿਗਰ ਦੇ ਟੋਟੇ ਦੇ ਸੀਸ ਤੇ ਹੱਥ ਫੇਰਦੇ ਹਨ। ਹੋਤੀ ਬ੍ਰਿਧ ਬਲ ਤੇ ਤਨਹੀਨਾ। ਬਿਰਧ ਅਵਸਥਾ ਹੋ ਗਈ, ਬੁਢੇਪਾ ਤਨ ਦੇ ਉੱਪਰ ਆ ਗਿਆ, ਤਨ ਕਮਜ਼ੋਰ ਹੋ ਗਿਆ। ਪੁਨ ਸਮੀਪ ਬੈਸੀ ਸੁਖ ਲੀਨਾ। ਫਿਰ ਆਪਣੇ ਪੁੱਤਰ ਦੇ ਕੋਲ ਬੈਠ ਕਰਕੇ ਮਾਤਾ ਤ੍ਰਿਪਤਾ ਜੀ ਨੇ ਸੁਖ ਮਾਣਿਆ ਹੈ। ਜਬ ਕਾਲੂ ਨੇ ਸੁਧ ਇਉ ਪਾਈ। ਜਦੋਂ ਸਤਿਕਾਰਯੋਗ ਪਿਤਾ ਕਾਲੂ ਜੀ ਨੂੰ ਇਹ ਖਬਰ ਮਿਲੀ ਨਾ, ਮੇਰੇ ਜਿਗਰ ਦਾ ਟੋਟਾ ਨਾਨਕ ਨਗਰ ਤੋਂ ਬਾਹਰ ਬੈਠਾ ਹੈ, ਉਸੇ ਸਮੇਂ ਹੀ ਇਹ ਖਬਰ ਮਿਲਦਿਆਂ ਹੀ ਬੈਸਿਓ ਵੈਰ ਤਾਤ ਮਮ ਆਈ। ਜਦੋਂ ਇਹ ਖਬਰ ਮਿਲੀ ਮੇਰਾ ਤਾਤ, ਮੇਰਾ ਪੁੱਤਰ ਬਾਹਰ ਨਗਰ ਦੇ ਬੈਠਾ ਹੋਇਆ ਹੈ, ਤਤ ਛਿਨ ਜ਼ੀਨ ਤੁਰੰਗਨ ਪਾਵਾ। ਉਸੇ ਸਮੇਂ ਘੋੜੇ ਦੇ ਉੱਪਰ ਇਹਨਾਂ ਨੇ ਕਾਠੀ ਪਾ ਲਈ। ਘੋੜੀ ਤੇ ਜਦੋਂ ਕਾਠੀ ਪਾਈ ਹੈ, ਹੋਏ ਅਰੂੜ ਤੂਰਨ ਤਬ ਆਵਾ। ਤੁਰੰਤ ਹੀ ਘੋੜੀ ਦੇ ਉੱਪਰ ਚੜ ਕਰਕੇ ਪਿਤਾ ਕਾਲੂ ਜੀ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਪਹੁੰਚ ਜਾਂਦੇ ਹਨ। ਪਿਤਾ ਬਿਲੋਕ ਉਠੇ ਦੁੱਖ ਕਦਨਾ, ਦੁੱਖਾਂ ਦੇ ਖਤਮ ਕਰਨ ਵਾਲੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਿਕਾਰਯੋਗ ਪਿਤਾ ਜੀ ਨੂੰ ਵੇਖ ਕਰਕੇ ਉਹਨਾਂ ਦੀ ਰਿਸਪੈਕਟ ਦੇ ਵਿੱਚ ਉੱਠੇ ਹਨ। ਪਦ ਅਰਬਿੰਦ ਕਰਤ ਪੇ ਬੰਦਨ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਿਤਾ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਦੇ ਹਨ। ਬੜਵਾ ਤੇ ਉਤਰਿਓ ਤਤਕਾਲਾ, ਤਤਕਾਲ ਹੀ, ਬੜਵਾ ਦਾ ਅਰਥ ਹੈ ਘੋੜੀ, ਘੋੜੀ ਦੇ ਉੱਪਰੋਂ ਪਿਤਾ ਕਾਲੂ ਜੀ ਉਤਰੇ ਹਨ। ਘਰ ਸਿਉ ਲਾਇਓ ਪ੍ਰੇਮ ਵਿਸਾਲਾ, ਬੜੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਿਤਾ ਕਾਲੂ ਜੀ ਨੇ ਆਪਣੇ ਗਲਵਕੜੀ ਵਿੱਚ ਲਿਆ ਹੈ। ਜਨਬੋ ਭੂਖੇ ਮਿਲਿਓ ਆਹਾਰਾ, ਆਪਣੇ ਗਲੇ ਨਾਲ ਲਾਇਆ, ਇੰਜ ਜਾਪਿਆ ਜਿਵੇਂ ਬਹੁਤ ਭੁੱਖੇ ਵਿਅਕਤੀ ਨੂੰ ਭੋਜਨ ਪ੍ਰਾਪਤ ਹੋ ਗਿਆ ਹੋਵੇ। ਮਰਤਿਓ ਪਿਆਸੇ ਪਾਇਓ ਬਾਰਾ, ਜਿਵੇਂ ਕੋਈ ਪਿਆਸ ਦੇ ਨਾਲ ਮਰ ਰਿਹਾ ਹੋਵੇ, ਬੜੀ ਪਿਆਸ ਲੱਗੀ ਹੋਵੇ, ਜੀਭ ਤਾਲੂਏ ਨਾਲ ਲੱਗੀ ਹੋਵੇ, ਬੁੱਲ ਸੁੱਕ ਰਹੇ ਹੋਣ, ਇੰਨੀ ਪਿਆਸ ਹੈ ਤੇ ਪਿਆਸ ਇੰਨੀ ਹੁੰਦਿਆਂ ਤੇ ਅਚਾਨਕ ਪਾਣੀ ਮਿਲ ਜਾਏ। ਨੀਰ ਵਿਮੋਚਿਤ ਲੋਚਨ ਦਰਤੇ, ਉਸ ਸਮੇਂ ਪਿਤਾ ਕਾਲੂ ਜੀ ਦੇ ਵੀ ਨੇਤਰਾਂ ਦੇ ਵਿੱਚੋਂ ਵੈਰਾਗ ਦੇ ਪ੍ਰੇਮ ਦੇ ਹੰਝੂ ਕਿਰਦੇ ਹਨ। ਗਦ ਗਦ ਬੋਲਿਓ ਜਾਏ ਨਾ ਗਰਤੇ, ਆਪਣੇ ਲਖਤੇ ਜਿਗਰ ਦੇ ਦੀਦਾਰ ਕੀਤੇ ਨੇ, ਬਹੁਤ ਲੰਮੇ ਸਮੇਂ ਦੀਦਾਰ ਕੀਤੇ ਨੇ, ਗਦ ਗਦ ਹੋ ਉੱਠੇ ਨੇ, ਗਲਾ ਪ੍ਰੇਮ ਦੇ ਨਾਲ ਭਰ ਗਿਆ। ਹੁਣ ਬੋਲਿਆ ਕੁਝ ਨਹੀਂ ਜਾਂਦਾ, ਕੋਈ ਸ਼ਬਦ ਉਚਾਰਨ ਨਹੀਂ ਹੁੰਦਾ। ਅਪਰ ਲੋਕ ਸੁਨ ਕਰ ਬੋ ਆਏ, ਇਸ ਤੋਂ ਇਲਾਵਾ ਹੋਰ ਵੀ ਨਗਰ ਦੇ ਜਦੋਂ ਲੋਕ ਇਹ ਗੱਲ ਸੁਣਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨਗਰ ਤੋਂ ਬਾਹਰ ਆ ਕਰਕੇ ਵਿਰਾਜਮਾਨ ਹੋਏ ਨੇ, ਇਹ ਖਬਰ ਸੁਣਦਿਆਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਪਹੁੰਚਦੇ ਹਨ। ਮਿਲੇ ਭਾਉ ਤਰ ਹਰਖ ਬੜਾਏ, ਬਹੁਤ ਪ੍ਰੇਮ ਦੇ ਵਿੱਚ ਭਿੱਜ ਕਰਕੇ ਸਾਰੇ ਨਗਰ ਦੇ ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਖੁਸ਼ ਹੋ ਕਰਕੇ ਪ੍ਰਸੰਨ ਹੋ ਕੇ ਮਿਲਦੇ ਹਨ। ਬੈਠ ਗਏ ਸਭ ਤਿਸੀ ਥਾਈ, ਸਾਰੇ ਉਸੇ ਥਾਂ ਦੇ ਉੱਪਰ ਖੂਹ ਦੇ ਕੋਲ ਰਮਣੀਕ ਜਗ੍ਹਾ ਤੇ ਬੈਠ ਜਾਂਦੇ ਹਨ। ਚੌਂ ਦਿਸ਼ ਮਦ ਬੇਦੀ ਕੁਲ ਰਾਈ, ਇਸ ਤਰ੍ਹਾਂ ਬੇਦੀ ਕੁਲ ਦੇ ਰਾਜੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਖ ਪ੍ਰੇਮ ਬੋ ਕੋਈ ਨਾ ਬੋਲਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੀਦਾਰ ਕਰਕੇ ਨਾ, ਇਹਨੇ ਪ੍ਰੇਮ ਨੂੰ ਵੇਖ ਕਰਕੇ ਕੋਈ ਵੀ ਅੱਗੋਂ ਨਾ ਬੋਲਿਆ। ਇੱਕ ਕਟਕਾ ਲੱਗ ਰਹੇ ਅਡੋਲਾ, ਇੱਕ ਘੜੀ ਸਾਰੇ ਅਡੋਲ ਖਾਮੋਸ਼ ਰਹੇ ਹਨ। ਤ੍ਰਿਤ ਤਰ ਤ੍ਰਿਪਤਾ ਗਿਰਾ ਉਚਾਰੀ, ਫਿਰ ਕਾਫੀ ਸਮੇਂ ਬਾਅਦ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਬਚਨ ਕੀਤੇ ਹਨ। ਵਾਰ ਵਾਰ ਸੁਤ ਤੋਂ ਪਰਵਾਰੀ, ਮਾਤਾ ਜੀ ਨੂੰ ਜਦੋਂ ਉਸ ਸਮੇਂ ਪ੍ਰੇਮ ਦੇ ਵਿੱਚ ਵੇਖਿਆ ਨਾ, ਮਾਤਾ ਜੀ ਆਪਣੇ ਲਖ ਤੇ ਜਿਗਰ ਤੋਂ ਕੁਰਬਾਨ ਜਾਂਦੇ ਨੇ, ਕਹਿਣ ਲੱਗੇ ਹੇ ਪੁੱਤਰ, ਹੇ ਲਾਲ, ਮੈਂ ਤੇਰੇ ਤੋਂ ਵਾਰ-ਵਾਰ ਕੁਰਬਾਨ ਜਾਂਦੀ ਹਾਂ। ਦੋਹਰਾ ਦਰਸ਼ਨ ਦੀਨੋ ਆਨ ਕੈ ਮੋਕੋ ਕੀਓ ਨਿਹਾਲ, ਮਾਤਾ ਜੀ ਕਹਿਣ ਲੱਗੇ ਲਾਲ ਜੀ, ਤੁਸੀਂ ਮੈਨੂੰ ਆ ਕਰਕੇ ਦੀਦਾਰ ਦਿੱਤੇ ਨੇ, ਦਰਸ਼ਨ ਦਿੱਤੇ ਨੇ, ਮੈਨੂੰ ਨਿਹਾਲ ਕਰ ਦਿੱਤਾ ਹੈ। ਨਿਸਬਾ ਸੁਰ ਤਵ ਹੇਤ ਤੇ ਚਿੰਤਾ ਤੁਰ ਬੇਹਾਲ, ਔਰ ਦਿਨ ਰਾਤ ਹਿਰਦੇ ਦੇ ਅੰਦਰ ਚਿੰਤਾ ਪੈਦਾ ਹੋਈ ਸੀ ਤੇ ਇਹਦੇ ਨਾਲ ਮੈਂ ਹਾਲੋਂ ਬੇਹਾਲ ਹੋ ਗਈ। ਚੋਪਈ ਇੱਕ ਸੁਤ ਹਮਰੇ ਦੂਜੋ ਨਾਈ, ਸਾਡੇ ਘਰ ਦੇ ਵਿੱਚ ਵਿਧਾਤੇ ਨੇ, ਵਾਹਿਗੁਰੂ ਨੇ ਇੱਕੋ ਹੀ ਪੁੱਤਰ ਦਿੱਤਾ ਹੈ, ਕੋਈ ਦੂਸਰਾ ਅੱਖਾਂ ਦਾ ਤਾਰਾ ਸਾਡੇ ਕੋਲ ਨਹੀਂ ਹੈ, ਦੂਸਰਾ ਪੁੱਤਰ ਨਹੀਂ ਹੈ। ਘਰ ਤਜ ਰਲਿਓ ਫਕੀਰਨ ਮਾਈ, ਇੱਕੋ ਹੀ ਅੱਖਾਂ ਦਾ ਤਾਰਾ ਸੀ, ਇਕਲੌਤਾ ਪੁੱਤਰ ਸੀ, ਉਹ ਵੀ ਸਾਨੂੰ ਛੱਡ ਕਰਕੇ ਫਕੀਰਾਂ ਦੇ ਵਿੱਚ ਜਾ ਰਲਿਆ। ਭਏ ਅਤੀਰ ਬਿਸੂਰਤ
ਜਦਾ। ਔਰ ਇਸ ਤਰ੍ਹਾਂ ਮਾਤਾ ਜੀ ਬੜੇ ਹੀ ਝੂਰ ਰਹੇ ਨੇ, ਬਹੁਤ ਦੁਖੀ ਹਨ। ਅਬਿਲਾਖਤ ਦਰਸ਼ਨ ਹੋਏ ਕਦਾ। ਮਨ ਦੇ ਅੰਦਰ ਕਹਿਣ ਲੱਗੀ ਮੇਰੇ ਬੜੀ ਅਵਲਾਖਾ ਸੀ, ਪਤਾ ਨਹੀਂ ਕਦੋਂ ਮੇਰੇ ਪੁੱਤਰ ਦੇ ਦੀਦਾਰ ਹੋਣਗੇ। ਬਹੁਤ ਬਰਕ ਬੀਤੇ ਤੁਝ ਗਏ। ਲਾਲ ਜੀ 1 ਜਾਂ 2 ਸਾਲ ਨਹੀਂ, ਬਹੁਤ ਸਾਲ ਹੋ ਗਏ ਨੇ ਤੁਹਾਨੂੰ ਇਸ ਨਗਰ ਤੋਂ, ਤਲਵੰਡੀ ਤੋਂ ਗਿਆ ਨੂੰ। ਦੇਸ਼ ਵਿਦੇਸ਼ ਫਿਰੇ ਅਬ ਆਏ। ਤੁਸੀਂ ਦੇਸਾਂ ਵਿਦੇਸਾਂ ਦੇ ਵਿੱਚ ਜਾ ਕਰਕੇ ਵਿਚਰੇ ਹੋ। ਅਵਲੋਕਤ ਆਨੰਦ ਵਿਸਾਲਾ। ਤੁਸੀਂ ਸਾਰੀ ਧਰਤੀ ਦਾ ਭਰਮਣ ਕੀਤਾ, ਬਹੁਤ ਦੂਰ ਤੱਕ ਗਏ ਹੋ ਤੇ ਹੁਣ ਤੁਹਾਡੇ ਦੀਦਾਰ ਹੋਏ ਨੇ, ਅੰਦਰ ਆਨੰਦ ਪੈਦਾ ਹੋਇਆ ਹੈ। ਕਿਉਂ ਕੌਸ਼ਲਿਆ RAM ਕਿਰਪਾਲਾ। ਬੜੇ ਲੰਮੇ ਸਮੇਂ ਬਾਅਦ ਤੁਹਾਡੇ ਦੀਦਾਰ ਹੋਏ ਨੇ। ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਤ੍ਰਿਪਤ ਹੋ ਰਹੇ ਨੇ, ਜਿਵੇਂ ਭਗਵਾਨ ਰਾਮਚੰਦਰ ਜੀ ਦੇ ਦੀਦਾਰ ਕੁਸ਼ਲਿਆ ਨੇ ਕੀਤੇ ਸਨ। ਲੰਬੇਰੇ ਸਮੇਂ ਬਾਅਦ ਬਨਵਾਸ ਕੱਟਣ ਤੋਂ ਬਾਅਦ ਆਏ ਨਾ, ਉਹਨਾਂ ਦੇ ਹਿਰਦੇ ਦੇ ਅੰਦਰ ਸ਼ਾਂਤੀ ਪੈਦਾ ਹੋਈ। 14 ਸਾਲ ਬਾਅਦ ਦੀਦਾਰ ਕੀਤੇ। ਔਰ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਲੰਬੇਰੇ ਸਮੇਂ ਬਾਅਦ ਉਹ ਦੀਦਾਰ ਜਦੋਂ ਕੀਤੇ ਨੇ, ਮਾਤਾ ਤ੍ਰਿਪਤਾ ਜੀ ਨੇ ਹਿਰਦੇ ਦੇ ਅੰਦਰ ਠੰਡਕ ਪੈਦਾ ਹੋਈ ਹੈ। ਮੈਂ ਵਾਰੀ ਸੁਤ ਤੋ ਪਰਵਾਰੀ। ਮਾਤਾ ਜੀ ਕਹਿਣ ਲੱਗੇ ਹੈ ਪੁੱਤਰ ਮੈਂ ਤੇਰੇ ਤੋਂ ਵਾਰਨੇ ਜਾਂਦੀ ਹਾਂ, ਤੈਥੋਂ ਕੁਰਬਾਨ ਜਾਂਦੀ ਹਾਂ। ਵਾਰ ਵਾਰ ਕਹਿ ਗੁਰ ਮੈਂ ਤਾਰੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵਾਰ-ਵਾਰ ਕੁਰਬਾਨ ਜਾਂਦੇ ਨੇ, ਬਲਿਹਾਰਨੇ ਜਾਂਦੇ ਹਨ। ਇਸ ਪ੍ਰਕਾਰ ਕੇ ਬਚਨ ਸੁਨੇ ਜਬ। ਜਦੋਂ ਇਸ ਤਰ੍ਹਾਂ ਦੇ ਬਚਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਿਕਾਰਯੋਗ ਮਾਤਾ ਜੀ ਦੇ ਸੁਣੇ ਹਨ, ਮੁਖ ਤੇ ਸ਼ਬਦ ਉਚਾਰਤ ਪੇ ਤਬ। ਉਸੇ ਸਮੇਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਬਚਨ ਕਰਦੇ ਹਨ। ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ। ਵਡਹੰਸ ਰਾਗ ਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਅੰਮ੍ਰਿਤ ਵਚਨ ਉਚਾਰਨ ਕੀਤਾ। ਘਰ ਪਹਿਲਾ। ਘਰ ਸ਼ਬਦ ਸੰਗੀਤ ਦੇ ਨਾਲ ਸੰਬੰਧਿਤ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਜਦੋਂ ਪੜ੍ਹਦੇ ਹਨ, ਪਹਿਲੇ ਘਰ ਤੋਂ ਲੈ ਕਰਕੇ 17ਵੇਂ ਘਰ ਤੱਕ ਇਹ ਸ਼ਬਦ ਆਉਂਦਾ ਹੈ ਜੋ ਸੰਗੀਤ ਨਾਲ ਸੰਬੰਧਿਤ ਹੈ। ਘਰ ਸ਼ਬਦ ਗੁਰਬਾਣੀ ਵਿੱਚ ਬਹੁ ਅਰਥਾਂ ਵਿੱਚ ਸੁਭਾਇਮਾਨ ਹੈ। ਘਰ ਸ਼ਬਦ ਮਕਾਨ ਦੇ ਲਈ ਵੀ ਆਇਆ ਹੈ। ਸੋ ਘਰ ਗੁਰੂ ਨਾਨਕ ਕੋ ਦੀਆ ਉਥੇ ਉੱਚੀ ਆਤਮਿਕ ਅਵਸਥਾ ਦੇ ਲਈ ਇਹ ਸ਼ਬਦ ਘਰ ਆਇਆ ਹੈ। ਤੇ ਘਰ ਸ਼ਬਦ ਸ਼ਾਸਤਰਾਂ ਦੇ ਲਈ ਵੀ ਆਇਆ ਹੋਇਆ। 6 ਘਰ 6 ਗੁਰ 6 ਉਪਦੇਸ਼। ਬਹੁ ਅਰਥਾਂ ਦੇ ਵਿੱਚ ਘਰ ਸ਼ਬਦ ਗੁਰਬਾਣੀ ਵਿੱਚ ਸੁਭਾਇਮਾਨ ਹੈ। ਤੇ ਘਰ ਸ਼ਬਦ ਘਰ ਵਾਲੀ ਦੇ ਲਈ ਵੀ ਆਇਆ। ਘਰ ਕਾ ਮਾਸ ਚੰਗੇਰਾ, ਉਥੇ ਘਰ ਸ਼ਬਦ ਇਸਤਰੀ ਦੇ ਲਈ ਆਇਆ। ਬੜੇ ਅਰਥਾਂ ਦੇ ਵਿੱਚ ਗੁਰਬਾਣੀ ਵਿੱਚ ਘਰ ਸ਼ਬਦ ਹੈ। ਪਰ ਇੱਥੇ ਜੋ ਸ਼ਬਦ ਘਰ ਆਇਆ ਹੈ ਇਹ ਸੰਗੀਤ ਦੇ ਨਾਲ ਸੰਬੰਧਿਤ ਹੈ। ਪਹਿਲੇ ਘਰ ਦੇ ਵਿੱਚ ਸੰਗੀਤ ਦੇ ਵਿੱਚ ਸਤਿਗੁਰੂ ਨੇ ਇਹ ਸ਼ਬਦ ਗਾਇਨ ਕੀਤਾ ਹੈ। ਅਮਲੀ ਅਮਲ ਨ ਅੰਬੜੇ ਮੱਛੀ ਨੀਰ ਨਾ ਹੋਏ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਜਿਵੇਂ ਅਮਲੀ ਨੂੰ ਅਮਲ ਪਿਆਰਾ ਹੈ, ਉਹਨੂੰ ਅਮਲ ਤੋਂ ਵੱਧ ਹੋਰ ਕੋਈ ਚੀਜ਼ ਪਿਆਰੀ ਨਹੀਂ ਹੁੰਦੀ। ਜਿਵੇਂ ਮੱਛੀ ਨੂੰ ਪਾਣੀ ਪਿਆਰਾ ਹੈ, ਪਾਣੀ ਤੋਂ ਬਿਨਾਂ ਉਹਨੂੰ ਹੋਰ ਕੁਝ ਵੀ ਪਿਆਰਾ ਨਹੀਂ ਹੈ। ਉਹਦੇ ਜੀਵਨ ਦਾ ਆਧਾਰ ਪਾਣੀ ਹੈ। ਪਾਣੀ ਤੋਂ ਬਿਨਾਂ ਉਹ ਤੜਫ ਤੜਫ ਕਰਕੇ ਪ੍ਰਾਣ ਤਿਆਗ ਜਾਂਦੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਤਰ੍ਹਾਂ ਕਿਰਪਾ ਕਰ ਰਹੇ ਹਨ। ਜੋ ਰਤੇ ਸਹਿ ਆਪਣੇ ਤਿਨ ਭਾਵੇ ਸਭ ਕੋਏ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਆਪਣੇ ਸਾਹਿਬ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨੇ, ਜੋ ਰੱਤੇ ਸਹਿ ਆਪਣੇ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਨੇ, ਤਿੰਨ ਭਾਵੈ ਸਭ ਕੋਏ। ਉਹਨਾਂ ਨੂੰ ਸਾਰੇ ਚੰਗੇ ਲੱਗਦੇ ਨੇ। ਉਹ ਸਾਰਿਆਂ ਦੇ ਵਿੱਚ ਹੀ ਅਭੇਦ ਰਹਿੰਦੇ ਨੇ। ਉਹਨਾਂ ਨੂੰ ਨਿਰੰਕਾਰ ਤੋਂ ਬਿਨਾਂ ਹੋਰ ਕੁਝ ਦਿਖਾਈ ਨਹੀਂ ਦਿੰਦਾ। ਉਹਨਾਂ ਨੂੰ ਹਰ ਪਾਸੇ ਕਾਦਰ ਦੇ ਹੀ ਦੀਦਾਰ ਹੁੰਦੇ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ।
ਉਹ ਤਾਂ ਜਿਹੋ ਜਿਹਾ ਪੇਖੋ ਤੈ ਹਜ਼ੂਰ ਵਾਲੀ ਅਵਸਥਾ ਹੁੰਦੀ ਆ ਉਹਨਾਂ ਦੀ। ਉਹ ਜਿੱਧਰ ਵੀ ਨਜ਼ਰ ਮਾਰਦੇ ਨੇ ਉੱਧਰ ਹੀ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਉਹ ਪ੍ਰੇਮ ਦੇ ਸਾਗਰ ਵਿੱਚ ਪਹੁੰਚੇ ਹੁੰਦੇ ਨੇ, ਪ੍ਰਭੂ ਦੇ ਪਿਆਰ ਵਿੱਚ ਰੱਤੇ ਹੋਏ ਨੇ। ਕੋਈ ਸਾਗਰ ਦੇ ਕਿਨਾਰੇ ਤੇ ਜਾ ਕਰਕੇ, ਸਮੁੰਦਰ ਦੇ ਕਿਨਾਰੇ ਤੇ ਜਾ ਕੇ ਦੂਰ ਨਜ਼ਰ ਮਾਰ ਕਰਕੇ ਵੇਖੇ, ਉਹਨੂੰ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਪਾਣੀ ਤੋਂ ਸਿਵਾ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਜਿਹੜੇ ਪ੍ਰੇਮ ਦੇ ਸਾਗਰ ਦੇ ਵਿੱਚ ਪਹੁੰਚ ਜਾਂਦੇ ਨੇ ਨਾ, ਉਹਨਾਂ ਨੂੰ ਪ੍ਰੇਮ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਉਹਨਾਂ ਨੂੰ ਪ੍ਰੇਮ ਦੇ ਵਿੱਚੋਂ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਲਗੀਧਰ ਪਿਤਾ ਜੀ ਦੇ ਬਚਨ ਨੇ। ਜਦੋਂ ਸਾਗਰ ਦੇ ਵਿੱਚ ਪਹੁੰਚਦੇ ਨੇ, ਉਹਨਾਂ ਨੂੰ ਪ੍ਰੇਮ ਤੋਂ ਬਿਨਾਂ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। ਪ੍ਰੇਮ ਹੀ ਪ੍ਰੇਮ ਨਜ਼ਰ ਆਉਂਦਾ ਹੈ। ਲਵ ਇਜ਼ ਗੋਡ, ਗੋਡ ਇਜ਼ ਲਵ। ਉਹਨਾਂ ਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ। ਔਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਤਰ੍ਹਾਂ ਕਿਰਪਾ ਕਰ ਰਹੇ ਨੇ, ਜਿਵੇਂ ਅਮਲੀ ਨੂੰ ਅਮਲ ਪਿਆਰਾ ਹੈ, ਜਿਵੇਂ ਮੱਛੀ ਨੂੰ ਪਾਣੀ ਪਿਆਰਾ ਹੈ, ਇਸੇ ਤਰ੍ਹਾਂ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਇਆਂ ਨੂੰ ਪ੍ਰੇਮ ਪਿਆਰਾ। ਪ੍ਰੇਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਹਉ ਵਾਰੀ ਵੰਜਾ ਖਨੀਏ ਵੰਜਾ ਤੋ ਸਾਹਿਬ ਕੇ ਨਾਵੇਂ। ਮੈਂ ਸਾਹਿਬ ਦੇ ਨਾਮ ਤੋਂ ਕੁਰਬਾਨ ਜਾਂਦਾ ਹੈ। ਖੰਨੀਏ ਵੰਜਾ, ਮੈਂ ਟੋਟੇ ਟੋਟੇ ਹੋ ਜਾਂਦਾ ਹੈ, ਬਲਿਹਾਰੇ ਜਾਂਦਾ, ਸਦਕੇ ਜਾਂਦਾ। ਉਹਦੇ ਨਾਮ ਤੋਂ ਬਲਿਹਾਰੇ ਹਾਂ। ਬਾਰ ਨੇ ਬਲਿਹਾਰ ਨੇ ਲੱਖ ਵਾਰੀਆਂ, ਲੱਖਾਂ ਵਾਰੀ ਵੀ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਰਹਾਉ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾਂ ਕਾ ਨਾਉ। ਸਾਹਿਬ ਜੀ ਦਾ ਜਿਹੜਾ ਅੰਮ੍ਰਿਤ ਫਲ ਦੇਣ ਵਾਲਾ ਰੁੱਖ ਹੈ ਨਾ, ਉਹ ਸਫਲ ਹੈ, ਚੰਗੇ ਫਲ ਦੇਣ ਵਾਲਾ ਹੈ, ਅੰਮ੍ਰਿਤ ਫਲ ਦੇਣ ਵਾਲਾ ਹੈ। ਅੰਮ੍ਰਿਤ ਸ਼ਬਦ ਇੱਥੇ ਆਇਆ, ਅੰਮ੍ਰਿਤ ਜਾ ਕਾ ਨਾਮ। ਜੋ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਉਹ ਫਲ ਦੇਣ ਵਾਲਾ ਚੰਗਾ ਇਹ ਰੁੱਖ ਹੈ। ਅੰਮ੍ਰਿਤ ਸ਼ਬਦ ਗੁਰਬਾਣੀ ਵਿੱਚ ਬਹੁ ਅਰਥਾਂ ਵਿੱਚ ਸੁਭਾਇਮਾਨ ਹੈ। ਅੰਮ੍ਰਿਤ ਸ਼ਬਦ ਭੋਜਨ ਦੇ ਲਈ ਵੀ ਆਇਆ। ਆਪਾਂ ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰਾਂ ਦੇ ਵਚਨ ਪੜ੍ਹਦੇ ਆ ਨਾ, ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਉਥੇ ਅੰਮ੍ਰਿਤ ਸ਼ਬਦ ਭੋਜਨ ਦੇ ਲਈ ਹੈ। ਅੰਮ੍ਰਿਤ ਸ਼ਬਦ ਦੁੱਧ ਦੇ ਲਈ ਵੀ ਗੁਰਬਾਣੀ ਵਿੱਚ ਸੁਭਾਇਮਾਨ ਹੈ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਪਸ਼ੂ ਖੜ ਖਾ ਕਰਕੇ, ਘਾਹ ਫੂਸ ਖਾ ਕਰਕੇ ਵੀ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ। ਅੰਮ੍ਰਿਤ ਸ਼ਬਦ ਚੰਦਨ ਦੇ ਲਈ ਵੀ ਗੁਰਬਾਣੀ ਵਿੱਚ ਸੁਭਾਇਮਾਨ ਹੈ। ਮਲਿਆਗਰ ਬੇੜੇ ਹੈ ਭੋਂਗਾ, ਬਿਖ ਅੰਮ੍ਰਿਤ ਵਸੈ ਇੱਕ ਸੰਗਾ। ਅੰਮ੍ਰਿਤ ਸ਼ਬਦ ਵੀ ਗੁਰਬਾਣੀ ਵਿੱਚ ਬਹੁ ਅਰਥਾਂ ਵਿੱਚ ਸੁਭਾਇਮਾਨ ਹੈ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਵਾਹਿਗੁਰੂ ਜੀ ਦਾ ਜਿਹੜਾ ਨਾਮ ਅੰਮ੍ਰਿਤ ਹੈ, ਉਹ ਸਫਲ ਵ੍ਰਿਖ ਹੈ, ਚੰਗੇ ਫਲ ਦੇਣ ਵਾਲਾ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ। ਜਿਨ ਪੀਆ ਤੇ ਤ੍ਰਿਪਤ ਪਏ ਹਉ ਤਿਨ ਬਲਿਹਾਰੈ ਜਾਉ। ਜਿਨ੍ਹਾਂ ਨੇ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਤਾ ਹੈ, ਉਹ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਮੈਂ ਕੀ ਨਦਰ ਨ ਆਵਈ ਵਸੈ ਹੱਬੀਆਂ ਨਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਮੈਨੂੰ ਉਸ ਮਾਲਕ ਦੇ ਕੋਈ ਦੀਦਾਰ ਕਰਾ ਦੇਵੇ। ਇਹਨਾਂ ਅੱਖੀਆਂ ਦੇ ਨਾਲ ਉਸ ਵਾਹਿਗੁਰੂ ਜੀ ਦੇ ਦੀਦਾਰ ਨਹੀਂ ਹੁੰਦੇ। ਉਸ ਵਾਹਿਗੁਰੂ ਦੇ ਦੀਦਾਰ ਕਰਨੇ ਨੇ ਉਹ ਅੱਖੜੀਆਂ ਹੋਰ ਨੇ। ਨਾਨਕ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਪਰੀ। ਇਹਨਾਂ ਅੱਖਾਂ ਦੇ ਉੱਪਰ ਤਾਂ ਸਾਡੇ ਹਉਮੈ ਦੇ ਚਸ਼ਮੇ ਲੱਗੇ ਹੋਏ ਨੇ, ਤੇ ਜਿਸ ਕਰਕੇ ਉਸ ਵਾਹਿਗੁਰੂ ਜੀ ਦੇ ਦੀਦਾਰ ਨਹੀਂ ਹੁੰਦੇ। ਜਦੋਂ ਤੱਕ ਹਉਮੈ ਦੇ, ਈਰਖਾ ਦੇ, ਦਵੈਸ ਦੇ, ਨਫ਼ਰਤ ਦੇ ਇਹ ਚਸ਼ਮੇ ਉਤਰਦੇ ਨਹੀਂ, ਵਾਹਿਗੁਰੂ ਦੇ ਦੀਦਾਰ ਨਹੀਂ ਹੋਣੇ। ਜਦੋਂ ਇਹ ਚਸ਼ਮੇ ਉਤਰੇ ਫੇਰ ਹੀ ਵਾਹਿਗੁਰੂ ਦੇ ਦੀਦਾਰ ਹੋਣੇ ਨੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਮੈਨੂੰ ਕੋਈ ਮੇਰੇ ਮਾਲਕ ਦੇ ਨਾਲ ਮਿਲਾ ਦੇਵੇ, ਮੈਨੂੰ ਮੇਰੇ ਵਾਹਿਗੁਰੂ ਦੇ ਨਾਲ ਮਿਲਾ ਦੇਵੇ, ਉਹਦੇ ਦੀਦਾਰ ਕਰਾ ਦੇਵੇ। ਤਿਖਾ ਤਿਹਾਇਆ ਕਿਉਂ ਲਏ ਜਾਂ ਸਰ ਪੀਤਰ ਪਾਲ। ਔਰ ਹਿਰਦੇ ਦੇ ਅੰਦਰ ਬੜੀ ਤਿਖਾ ਹੈ, ਬੜੀ ਪਿਆਸ ਲੱਗੀ ਹੋਈ ਹੈ। ਉਹ ਪਿਆਸ ਕਿਵੇਂ ਬੁਝੇ? ਜਾਂ ਸਰ ਭੀਤਰ ਪਾਲ,
ਸਰ ਦਾ ਅਰਥ ਹੈ ਸਰੋਵਰ। ਉਹ ਅੰਮ੍ਰਿਤ ਦਾ ਸਰੋਵਰ ਵੀ ਅੰਦਰ ਹੀ ਹੈ, ਪਰ ਪਿਆਸ ਤੇ ਸਰੋਵਰ ਦੇ ਵਿਚਕਾਰ ਭੀਤਰ ਪਾਲ, ਭੀਤਰ ਦਾ ਅਰਥ ਹੈ ਵਿੱਚ, ਪਾਲ ਦਾ ਅਰਥ ਹੈ ਕੰਧ। ਪਿਆਸ ਅਤੇ ਸਰੋਵਰ ਦੇ ਵਿੱਚ ਇੱਕ ਬਹੁਤ ਗਹਿਰੀ ਕੰਧ ਹੈ, ਜਿਸ ਕਰਕੇ ਪਿਆਸ ਬੁਝਦੀ ਕੋਈ ਨਹੀਂ। ਉਹ ਕੰਧ ਜਦੋਂ ਤੱਕ ਟੁੱਟਦੀ ਨਹੀਂ, ਉਹ ਪਾਲ ਜਦੋਂ ਤੱਕ ਟੁੱਟਦੀ ਨਹੀਂ, ਉਦੋਂ ਤੱਕ ਉਹ ਪਿਆਸ ਬੁਝੇਗੀ ਕੋਈ ਨਹੀਂ, ਤਿਖਾ ਬੁਝੇਗੀ ਕੋਈ ਨਹੀਂ। ਉਹ ਕਿੰਨੀ ਕੁ ਗਹਿਰਾ ਪੜਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਇੰਨਾ ਕੁ ਸੂਖਮ ਪੜਦਾ ਹੋ, ਭਪੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਇਓ। ਭਪੀਰੀ ਦੇ ਖੰਭਾਂ ਜਿੰਨਾ ਪਤਲਾ ਬਰੀਕ, ਇੰਨਾ ਸੂਖਮ ਅੰਦਰ ਪੜਦਾ ਹੈ ਹਉਮੈ ਦਾ, ਹਉਮੈ ਦੀ ਦੀਵਾਰ ਹੈ, ਤੇ ਜਿਸ ਕਰਕੇ ਉਹ ਸਰ, ਉਹ ਸਰੋਵਰ ਦੂਰ ਨਜ਼ਰ ਆਉਂਦਾ ਹੈ, ਉਹਦੇ ਦੀਦਾਰ ਹੀ ਨਹੀਂ ਹੁੰਦੇ, ਅੰਦਰੋਂ ਪਿਆਸ ਬੁਝਦੀ ਨਹੀਂ ਹੈ, ਸਚਿਆਰ ਹੋਏ ਨਹੀਂ ਜਾਂਦਾ। ਜਦੋਂ ਤੱਕ ਉਹ ਕੰਧ ਟੁੱਟਦੀ ਨਹੀਂ, ਅੰਮ੍ਰਿਤ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਬੰਦਾ ਸਚਿਆਰ ਨਹੀਂ ਹੁੰਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਹ ਸਵਾਲ ਜਪਜੀ ਸਾਹਿਬ ਦੇ ਅੰਦਰ ਕੀਤਾ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਕਿਵੇਂ ਕੂੜ ਦੀ ਕੰਧ ਟੁੱਟੇ, ਕਿਵੇਂ ਅਸੀਂ ਸਚਿਆਰੇ ਹੋਈਏ। ਜਦੋਂ ਤੱਕ ਇਹ ਕੰਧ ਬਣੀ ਹੋਈ ਹੈ ਨਾ ਅੰਦਰ, ਉਦੋਂ ਤੱਕ ਮਾਲਕ ਦੇ ਦੀਦਾਰ ਨਹੀਂ ਹੋਣੇ, ਉਦੋਂ ਤੱਕ ਅੰਮ੍ਰਿਤ ਸਰੋਵਰ ਦੇ ਵਿੱਚੋਂ ਅਸੀਂ ਅੰਮ੍ਰਿਤ ਪੀ ਨਹੀਂ ਸਕਦੇ, ਤਿਖਾ ਸਾਡੀ ਬੁਝ ਨਹੀਂ ਸਕਦੀ, ਅਸੀਂ ਸਚਿਆਰ ਨਹੀਂ ਬਣ ਸਕਦੇ। ਅੰਦਰ ਕੂੜ ਦੀ ਕੰਧ ਹੈ, ਔਰ ਇਹ ਕੂੜ ਦੀ ਕੰਧ ਨੂੰ ਤੋੜਨਾ ਪਏਗਾ। ਇਹ ਕੂੜ ਦੀ ਕੰਧ ਟੁੱਟੇਗੀ ਗੁਰੂ ਦੇ ਸ਼ਬਦ ਦੇ ਰਾਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਰ ਭੀਤਰ ਪਾਲ। ਇਹ ਸਰੋਵਰ ਦੇ ਵਿੱਚ ਇੱਕ ਕੰਧ ਹੈ, ਪਿਆਸ ਇੱਕ ਪਾਸੇ ਹੈ ਤੇ ਵਿਚਕਾਰ ਕੰਧ ਹੈ, ਤੇ ਦੂਸਰੇ ਪਾਸੇ ਸਰੋਵਰ ਹੈ, ਤੇ ਜਿਸ ਕਰਕੇ ਸਾਡੀ ਪਿਆਸ ਬੁਝਦੀ ਕੋਈ ਨਹੀਂ। ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ। ਹੇ ਵਾਹਿਗੁਰੂ ਜੀ, ਮੈਂ ਨਾਨਕ ਤੇਰਾ ਬਣਜਾਰਾ ਹਾਂ, ਤੂੰ ਸਾਹਿਬ, ਤੂੰ ਮੇਰਾ ਮਾਲਕ ਹੈ, ਮੈਂ ਰਾਸ, ਮੇਰੇ ਕੋਲ ਤੇਰੀ ਹੀ ਰਾਸ ਹੈ, ਤੇਰੀ ਦਿੱਤੀ ਹੋਈ ਆਸਵਾਸਾਂ ਦੀ ਪੂੰਜੀ ਹੈ। ਮਨ ਤੇ ਧੋਖਾ ਤਾਂ ਲਏ ਜਾਂ ਸਿਫਤ ਕਰੀ ਅਰਦਾਸ। ਆ ਮਨ ਤੋਂ ਧੋਖਾ, ਸ਼ੰਕਾ, ਸੰਦੇਹ ਤਾਂ ਹੀ ਦੂਰ ਹੋ ਸਕਦੇ ਨੇ। ਤੇ ਸਾਹਿਬ ਜੀ ਕਹਿਣ ਲੱਗੇ, ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ। ਜਦੋਂ ਵਾਹਿਗੁਰੂ ਦੀ ਸਿਫਤ ਦੇ ਵਿੱਚ ਜੁੜ ਜਾਈਏ, ਉਹਦੇ ਅੱਗੇ ਅਰਦਾਸ ਕਰੀਏ, ਉਹਦੇ ਅੱਗੇ ਪ੍ਰਾਰਥਨਾ ਕਰੀਏ, ਤਾਂ ਜੀਵਨ ਦੇ ਵਿੱਚੋਂ ਧੋਖਾ ਲੱਥ ਜਾਂਦਾ ਹੈ, ਧੁਆਂਕ ਜੀਵਨ ਦੇ ਅੰਦਰੋਂ ਮਿਟ ਜਾਂਦੀ ਹੈ, ਸੰਦੇਹ ਮਿਟ ਜਾਂਦੇ ਨੇ। ਮਾਲਕ ਦੀ ਸਿਫਤ ਸਲਾਹ ਕਰਦੇ ਹਾਂ, ਉਹਦੇ ਗੁਣ ਗਾਉਂਦੇ ਹਾਂ, ਜੀਵਨ ਦੇ ਅੰਦਰੋਂ ਸਾਰੇ ਭੈ ਦੂਰ ਹੋ ਜਾਂਦੇ ਨੇ, ਚਿੰਤਾ ਮਿਟ ਜਾਂਦੀ ਹੈ, ਸ਼ੰਕੇ ਮਿਟ ਜਾਂਦੇ ਨੇ ਜਦੋਂ ਮਾਲਕ ਦੇ ਅੱਗੇ ਅਰਦਾਸਾਂ ਕਰੀਏ। ਅਰਦਾਸ ਦੇ ਜਿਹੜੇ ਚਾਰ ਅੱਖਰ ਨੇ ਨਾ, ਇਹ ਵੀ ਸਾਨੂੰ ਬਹੁਤ ਕੁਝ ਸਮਝਾਉਂਦੇ ਨੇ। ਇਹਨਾਂ ਸਮਾਂ ਨਹੀਂ ਕਿ ਮੈਂ ਆਪ ਜੀ ਦੇ ਨਾਲ ਇਹ ਵਿਸਥਾਰ ਦੇ ਵਿੱਚ ਸਾਂਝ ਪਾ ਸਕਾਂ, ਔਰ ਅੱਜ ਦੇ ਸਮੇਂ ਦੀ ਸਮਾਪਤੀ ਹੈ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਸਿੱਖੀ, ਸਿਦਕ, ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਗੁਰਮੁਖ ਗਾਡੀ ਰਾਹ ਦੇ ਉੱਪਰ ਚੱਲਣ ਦੀ ਜੀਵਨ ਜਾਚ ਬਖਸ਼ਣ। ਦਾਸ ਇਹਨਾਂ ਸ਼ਬਦਾਂ ਦੇ ਨਾਲ ਖਿਮਾ ਦਾ ਜਾਚਕ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਹਿਗੁਰੂ ਵਾਹਿਗੁਰੂ दंडौत बंधन अनक बार सर्व कला समरथ बोलन तेरा
प्रभु राखो प्रभु नानक दे कर हथ फिरत फिरत प्रभ आया परिया तो शरणाए नानक की प्रभ बेनती अपनी भगति लाए। आनंद गुण निधान गुरु गुरु बलिहारी गोरे आपने बलिहारी गोरे आपने बलिहारी गोरे आपने दियोहाड़ी साध वार दियोहाड़ी साध वार बलिहारी गुर आपने जिन मानस ते देवते किए जिन 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 मानस ते देवते किए जिन जिन मानस ते देवते किए करत ना लागी वार बलिहारी गुर आपने बलिहारी गुर आपने दियोहाड़ी साध वार दियोहाड़ी सदवार बलिहारी गुर आपने बलिहारी गुर आपने दियोहाड़ी सदवार दियोहाड़ी सदवार बलिहारी गुर आपने
बलिहारी गुर बलिहारी गुर बलिहारी गुर गुरु जनिया माए जिन गुरु जनिया माए तन तन सो जननी जिन गुरु जनिया माए तन तन सो जननी जिन गुरु जनिया माए तन तन सो जननी जिन गुरु जनिया माए गुरु जनिया माए जिन गुरु जनिया माए गुरु जनिया माए जिन गुरु जनिया माए गुरु जनिया माए जिन गुरु जनिया माए तन तन सो जननी जिन गुरु जनिया तन तन सो जननी जिन गुरु जनिया माए तान तान पिता तान तान बोल तान तान पिता तान तान कुल तान तान सो जननी जिन गुरु जनिया माए तन तन 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 सो जननी जिन गुरु जनिया माए गुरु जनिया माए जिन गुरु जनिया माए गुरु जनिया माए जिन गुरु जनिया माए गुरु जनिया माए जिन गुरु जनिया माए तन तन सो जननी जिन गुरु जनिया माए तन तन सो जननी जिन गुरु जनिया माए सतरती पई हरियावली सतरती पई हरियावली जिथे मेरा सतगुर बैठाया
ਸਤਿਗੁਰ ਬੈਠਾਇਆ ਏ। ਸਿਜੰਤ ਪਏ ਹਰ ਆਪ ਦੇ, ਸਿਜੰਤ ਪਏ ਹਰ ਆਪ ਦੇ, ਜਿਨਿ ਮੇਰਾ ਸਤਿਗੁਰ ਦੇਖਿਆ ਜਾਏ। ਜਿਨਿ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ। ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ। ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ। ਆਪ ਤਰਿਆ ਆਪ ਤਰਿਆ, ਆਪ ਤਰਿਆ ਆਪ ਤਰਿਆ। ਜਿਨੇ ਡਿਠਾ ਤਿਨਾ ਲਾਏ ਛਡਾਏ। ਜਿਨੇ ਡਿਠਾ ਤਿਨਾ ਲਾਏ ਛਡਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ। ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ। ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਹਰ ਸਤਿਗੁਰ ਨੇ ਲੋ ਦਇਆ ਕਰ। ਹਰ ਸਤਿਗੁਰ ਨੇ ਲੋ ਦਇਆ ਕਰ। ਜਨ ਨਾਨਕ ਧੋਏ ਜਨ ਨਾਨਕ ਧੋਵੇ ਪਾਏ। ਜਨ ਨਾਨਕ
ਨਾਨਕ ਧੋਵੈ ਪਾਏ, ਜਨ ਨਾਨਕ ਧੋਵੈ ਪਾਏ। ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ, ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ। ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ। ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਤਨ ਤਨ ਪਿਤਾ ਤਨ ਤਨ ਕੁਲ, ਧਨ ਧਨ ਪਿਤਾ ਧਨ ਧਨ ਕੁਲ। ਤਨ ਤਨ ਪਿਤਾ ਤਨ ਤਨ ਕੁਲ, ਧਨ ਧਨ ਪਿਤਾ ਧਨ ਧਨ ਕੁਲ। ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ। ਵਾਹਿਗੁਰੂ। ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇ, ਗੁਰ ਸਮਰੱਥ ਦੇ, ਗੁਰ ਸਮਰੱਥ ਦੇ, ਗੁਰ ਸਮਰੱਥ ਦੇ। ਮਹਿਮਾ ਕਹੀ ਨਾ ਜਾਏ, ਮਹਿਮਾ ਕਹੀ ਨ ਜਾਏ। ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇ, ਗੁਰ ਸਮਰੱਥ ਦੇ। ਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰ ਪਾਰ ਬ੍ਰਹਮ ਪਰਮੇਸ਼ਰ। ਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰ ਪਾਰ ਬ੍ਰਹਮ ਪਰਮੇਸ਼ਰ। ਅਪਰੰਪਰ ਅਲਖ ਅਪੇਵ, ਗੁਰ ਸਮਰੱਥ ਦੇ, ਗੁਰ ਸਮਰੱਥ ਦੇ। ਮਹਿਮਾ ਕਹੀ ਨਾ ਜਾਏ, ਮਹਿਮਾ ਕਹੀ ਨ ਜਾਏ। ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇ, ਗੁਰ ਸਮਰੱਥ ਦੇ। ਸੋ ਸਤਿਗੁਰ ਤਨ ਤਾਨ, ਜਿਨ ਬ੍ਰਹਮ ਗੜ ਤੋੜਿਆ। ਸੋ
ਸਤਿਗੁਰ ਧਨ ਧਨ ਜਿਨ ਬ੍ਰਹਮ ਗੜ ਤੋੜਿਆ ਸੋ ਸਤਿਗੁਰ ਵਾਹੋ ਵਾਹੋ ਜਿਨ ਹਰਿ ਸਿਉ ਜੋੜਿਆ